ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਤੂੰ ਕੀ ਕਿਹਾ ਮਾਂ? ਮੈਂ ਉਸ ਕਾਲੀ ਕੁੜੀ ਨਾਲ ਵਿਆਹ ਕਰਾਂਗਾ। ਉਸ ਨੂੰ ਦੇਖ ਕੇ ਪਿੰਡ ਵਾਲੇ ਕੀ ਕਹਿਣਗੇ? ਮੇਰੇ ਦੋਸਤ ਕੀ ਕਹਿਣਗੇ? ਚੰਗਾ ਹੁੰਦਾ ਜੇ ਤੁਸੀਂ ਮੈਨੂੰ ਜ਼ਹਿਰ ਦੇ ਕੇ ਮਾਰ ਦਿੰਦੇ। ਸਮੀਰ ਰੋਣ ਲੱਗ ਪੈਂਦਾ ਹੈ। ਬੇਟਾ, ਤੈਨੂੰ ਇਹ ਰਿਸ਼ਤਾ ਕਰਨਾ ਹੀ ਪਵੇਗਾ, ਕਿਉਂਕਿ ਤੇਰੇ ਬਾਪ ਨੇ ਜ਼ਬਾਨ ਦਿੱਤੀ ਸੀ। ਉਸਨੇ ਮਨੋਹਰ ਨੂੰ ਵਾਅਦਾ ਕੀਤਾ ਸੀ ਤੇ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ। ਸਮੀਰ ਦੀ ਮਾਂ ਪ੍ਰੀਤੋ ਰੋਣ ਲੱਗ ਜਾਂਦੀ ਹੈ। ਸਮੀਰ ਦਾ ਵਿਆਹ ਨੇੜਲੇ ਪਿੰਡ ਮਨੋਹਰ ਦੀ ਧੀ ਸੋਨੀਆ ਨਾਲ ਉਸਦੇ ਪਿਤਾ ਦਰਸ਼ਨ ਨੇ ਕੀਤਾ ਸੀ। ਸੋਨੀਆ ਦੀ ਮਾਂ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ। ਸੋਨੀਆ ਦਾ ਰੰਗ ਕਾਲਾ ਸੀ, ਪਰ ਉਸਦਾ ਮਨ ਸਾਫ਼ ਸੀ ਤੇ ਇਸ ਦੇ ਨਾਲ-ਨਾਲ ਉਹ ਹਰ ਕੰਮ ਵਿੱਚ ਨਿਪੁੰਨ ਸੀ। ਪਿੰਡ ਵਾਲੇ ਸੋਨੀਆ ਦੀ ਤਾਰੀਫਾਂ ਕਰਦੇ ਥੱਕਦੇ ਨਹੀਂ ਸੀ, ਪਰ ਸੋਨੀਆ ਦਾ ਕਾਲਾ ਰੰਗ ਉਸ ਲਈ ਸਭ ਤੋਂ ਵੱਡੀ ਸਮੱਸਿਆ ਸੀ। ਪਰ ਸੋਨੀਆ ਨੇ ਕਦੇ ਵੀ ਰੱਬ ਦੇ ਇਸ ਫੈਸਲੇ ਦਾ ਵਿਰੋਧ ਨਹੀਂ ਕੀਤਾ। ਉਹ ਹਮੇਸ਼ਾ ਆਪਣੇ ਪਿਤਾ ਦੇ ਨਾਲ ਰਹਿਣਾ ਤੇ ਉਸ ਦੀ ਦੇਖਭਾਲ ਕਰਨਾ ਚਾਹੁੰਦੀ ਸੀ। ਪਰ ਇੱਕ ਪਿਤਾ ਦੀ ਚਿੰਤਾ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਸ ਦੇ ਘਰ ਧੀ ਦਾ ਜਨਮ ਹੁੰਦਾ ਹੈ। ਉਹ ਸੋਚਣ ਲੱਗ ਪੈਂਦਾ ਹੈ ਕਿ ਉਸ ਦੀ ਧੀ ਦਾ ਵਿਆਹ ਕਿਵੇਂ ਤੇ ਕਿੱਥੇ ਹੋਵੇਗਾ। ਸੋਨੀਆ ਦੇ ਘਰ 1.5 ਦਰਜਨ ਦੇ ਕਰੀਬ ਰਿਸ਼ਤੇ ਆਏ, ਪਰ ਕੁਝ ਲੋਕ ਸਾਵਲੇ ਰੰਗ ਕਾਰਨ ਚਲੇ ਜਾਂਦੇ ਸਨ ਤੇ ਕੁਝ ਲੋਕ ਕਾਲੇ ਰੰਗ ਨੂੰ ਦੌਲਤ ਦੇ ਨਾਲ ਤੋਲਣਾ ਚਾਹੁੰਦੇ ਸੀ। ਪਰ ਬਦਕਿਸਮਤੀ ਨਾਲ ਮਨੋਹਰ ਲੋਕਾਂ ਦੀਆਂ ਇਹ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ ਸੀ। ਅੱਜ ਦਾ ਸਮਾਜ ਕਿਹੋ ਜਿਹਾ ਹੈ ਜੋ ਬਾਹਰੀ ਸੁੰਦਰਤਾ ਤਾਂ ਚਾਹੁੰਦਾ ਹੈ, ਪਰ ਅੰਦਰੂਨੀ ਸੁੰਦਰਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੁੜੀ ਪੈਸਿਆਂ ਨਾਲ ਅਮੀਰ ਤਾਂ ਹੋਵੇ, ਪਰ ਗੁਣਾਂ ਨਾਲ ਅਮੀਰ ਕੋਈ ਨਹੀਂ ਚਾਹੁੰਦਾ। ਸਮੀਰ ਦੇ ਪਿਤਾ ਦਰਸ਼ਨ ਤੇ ਸੋਨੀਆ ਦੇ ਪਿਤਾ ਮਨੋਹਰ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ। ਜਦੋਂ ਦਰਸ਼ਨ ਨੂੰ ਮਨੋਹਰ ਦੀ ਸਮੱਸਿਆ ਦਾ ਅਹਿਸਾਸ ਹੋਇਆ ਤਾਂ ਉਹ ਤੁਰੰਤ ਆਪਣੇ ਦੋਸਤ ਦੀ ਚਿੰਤਾ ਦੂਰ ਕਰਨ ਲਈ ਭੱਜੇ ਆਏ ਤੇ ਆਪਣੇ ਪੁੱਤਰ ਸਮੀਰ ਨੂੰ ਪੁੱਛੇ ਬਿਨਾਂ ਹੀ ਉਸ ਦਾ ਰਿਸ਼ਤਾ ਸੋਨੀਆ ਨਾਲ ਕਰ ਦਿੱਤਾ। ਪਰ ਸਮੀਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਉਹ ਨਹੀਂ ਚਾਹੁੰਦਾ ਸੀ ਕਿ ਸੋਨੀਆ ਉਸ ਨਾਲ ਵਿਆਹ ਕਰੇ, ਪਰ ਪਿਤਾ ਜੀ ਦੇ ਦਬਾਅ ਕਾਰਨ ਸਮੀਰ ਨੂੰ ਵਿਆਹ ਕਰਾਉਣਾ ਪਿਆ। ਵਿਆਹ ਤੋਂ ਬਾਅਦ ਸੋਨੀਆ ਸਮੀਰ ਦੇ ਘਰ ਆ ਗਈ। ਸਮੀਰ ਨੇ ਆਪਣੇ ਮਾਤਾ-ਪਿਤਾ ਨਾਲ ਵਿਆਹ ਲਈ ਸ਼ਰਤ ਰੱਖੀ ਸੀ ਕਿ ਉਹ ਕਿਸੇ ਨੂੰ ਵੀ ਵਿਆਹ 'ਚ ਨਹੀਂ ਬੁਲਾਉਣਗੇ, ਸਗੋਂ ਸਾਦੇ ਤਰੀਕੇ ਨਾਲ ਵਿਆਹ ਕਰਨਗੇ। ਦਰਸ਼ਨ ਨੂੰ ਆਪਣੇ ਪੁੱਤਰ ਦੀ ਇਸ ਸ਼ਰਤ ਅੱਗੇ ਹਾਰ ਮੰਨਣੀ ਪਈ ਤੇ ਬਿਨਾਂ ਕਿਸੇ ਰਿਸ਼ਤੇਦਾਰ ਦੇ ਵਿਆਹ ਕਰਨਾ ਪਿਆ। ਸਮੀਰ ਦੀ ਮਾਂ ਪ੍ਰੀਤੋ ਵੇਖਣ ਵਿੱਚ ਤਾਂ ਚੰਗੀ ਸੀ, ਪਰ ਅਸਲ ਵਿੱਚ ਉਹ ਕੁਝ ਹੋਰ ਹੀ ਸੀ। ਜਦੋਂ ਪ੍ਰੀਤੋ ਨੇ ਦੇਖਿਆ ਕਿ ਉਸ ਦਾ ਪਤੀ ਦਰਸ਼ਨ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹੈ ਤੇ ਬੇਟਾ ਵੀ ਜੈਮਾਲਾ ਸੁੱਟ ਕੇ ਭੱਜ ਗਿਆ ਸੀ ਤਾਂ ਨੂੰਹ ਦਰਵਾਜ਼ੇ ਤੇ ਇਕੱਲੀ ਖੜੀ ਹੈ, ਤਾਂ ਪ੍ਰੀਤੋ ਨੇ ਗੁੱਸੇ ਨਾਲ ਕਿਹਾ, ਕਲਮੂਹੀ, ਇੱਥੇ ਖੜੀ ਮੇਰਾ ਚਿਹਰਾ ਕਿਉਂ ਦੇਖ ਰਹੀ ਹੈ? ਹੁਣ ਮੈਨੂੰ ਤੇਰੀ ਕਲੂਟੀ ਦੀ ਆਰਤੀ ਕਰਨੀ ਪਵੇਗੀ। ਸੋਨੀਆ ਹੈਰਾਨ ਰਹਿ ਜਾਂਦੀ ਹੈ ਤੇ ਸਾਰੀ ਗੱਲ ਸਮਝ ਜਾਂਦੀ ਹੈ ਕਿ ਸਮੀਰ ਨੇ ਮਾਲਾ ਕਿਉਂ ਸੁੱਟੀ ਤੇ ਉਸ ਦੀ ਸੱਸ ਨੇ ਉਸ ਨੂੰ ਗਲਤ ਕਿਉਂ ਕਿਹਾ। ਸੋਨੀਆ ਰੋਣ ਲੱਗਦੀ ਹੈ। ਫਿਰ ਪ੍ਰੀਤੋ ਦਾ ਗੁੱਸਾ ਚੌਥੇ ਅਸਮਾਨ ਤੇ ਪਹੁੰਚ ਗਿਆ ਤੇ ਉਹ ਬੜੇ ਜ਼ੋਰ ਨਾਲ ਆਖਦੀ ਹੈ, ਉਹ ਕੁਲੱਛਣੀ, ਕੀ ਤੂੰ ਇੱਥੇ ਖੜ ਕੇ ਆਪਣੇ ਪਿਤਾ ਨੂੰ ਰੋ ਰਹੀ ਹੈ, ਜਿਸ ਨੇ ਦਾਜ ਵਿੱਚ ਇੱਕ ਪੈਸਾ ਵੀ ਨਹੀਂ ਦਿੱਤਾ ਤੇ ਉੱਤੋਂ ਤੈਨੂੰ ਕਾਲੀ ਰਾਤ ਵਰਗੀ ਨੂੰ ਸਾਡੇ ਪੱਲੇ ਬੰਨ੍ਹ ਦਿੱਤਾ। ਸੋਨੀਆ ਰੋਂਦੀ ਹੋਈ ਕਹਿੰਦੀ ਹੈ, ਮਾਂ, ਮੇਰੇ ਪਿਤਾ ਨੂੰ ਕੁਝ ਨਾ ਕਹੋ। ਪ੍ਰੀਤੋ ਵਿੱਚੋਂ ਹੀ ਗੱਲ ਨੂੰ ਕੱਟਦੀ ਹੋਈ ਹੁਣ ਇਹ ਬੇਸ਼ਰਮ ਬੋਲਦੀ ਵੀ ਹੈ, ਸੁਣ ਕਲੂਟੀ, ਤੇਰੀ ਔਕਾਤ ਇਸ ਘਰ ਵਿੱਚ ਨੌਕਰ ਵਰਗੀ ਹੈ ਤੇ ਖਬਰਦਾਰ, ਜੇ ਤੁਸੀਂ ਮੈਨੂੰ ਮਾਂ ਕਿਹਾ। ਤਾਂ ਉਸ ਦੌਰਾਨ ਦਰਸ਼ਨ ਘਰ ਆ ਜਾਂਦਾ ਹੈ। ਪ੍ਰੀਤੋ ਬਿਲਕੁਲ ਚੁੱਪ ਖੜੀ ਹੋ ਜਾਂਦੀ ਹੈ ਤਾਂ ਦਰਸ਼ਨ ਕਹਿੰਦਾ ਹੈ, ਨੂੰ ਅਜੇ ਵੀ ਦਰਵਾਜ਼ੇ ਤੇ ਖੜੀ ਹੈ ਤੇ ਪ੍ਰੀਤੋ ਵੱਲ ਵੇਖਦੇ ਹਨ। ਪ੍ਰੀਤੋ ਇੱਕਦਮ ਬਦਲ ਜਾਂਦੀ ਹੈ ਤੇ ਕਹਿੰਦੀ ਹੈ, ਹਾਂ, ਮੈਂ ਵੀ ਨੂੰਹ ਨੂੰ ਅੰਦਰ ਆਉਣ ਲਈ ਕਹਿ ਰਹੀ ਹਾਂ, ਪਰ ਸ਼ਾਇਦ ਉਸ ਨੂੰ ਅੰਦਰ ਦੀ ਹਵਾ ਪਸੰਦ ਨਹੀਂ ਆ ਰਹੀ ਹੈ, ਇਸੇ ਲਈ ਵਿਚਾਰੀ ਵਿਹੜੇ ਵਿੱਚ ਖੜ ਗਈ ਹੈ। ਕਿਉਂ ਨੂੰਹ, ਕੀ ਮੈਂ ਸਹੀ ਕਹਿ ਰਹੀ ਹਾਂ? ਸੋਨੀਆ ਹਾਂ ਵਿੱਚ ਸਿਰ ਹਿਲਾ ਦਿੰਦੀ ਹੈ। ਪ੍ਰੀਤੋ ਸੋਨੀਆ ਨੂੰ ਅੰਦਰ ਲੈ ਆਉਂਦੀ ਹੈ, ਪਰ ਉਹ ਉਸ ਨੂੰ ਮਨ ਹੀ ਮਨ ਗਾਲਾਂ ਕੱਢ ਰਹੀ ਹੁੰਦੀ ਹੈ। ਦਰਸ਼ਨ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਰਾਤ ਦੇ 10:30 ਹੋ ਚੁੱਕੇ ਸਨ, ਪਰ ਨਾ ਹੀ ਸਮੀਰ ਦਾ ਕੁਝ ਪਤਾ ਸੀ ਤੇ ਨਾ ਹੀ ਕੋਈ ਉਸ ਨੂੰ ਖਾਣੇ ਲਈ ਪੁੱਛਦਾ ਹੈ। ਸੋਨੀਆ ਭੁੱਖੀ ਪਿਆਸੀ ਪਈ ਸੀ। ਜਦੋਂ ਉਸ ਦੀ ਭੁੱਖ ਅਸਹਿ ਹੋ ਗਈ ਤਾਂ ਉਹ ਹੇਠਾਂ ਆ ਕੇ ਰਸੋਈ ਦੀ ਤਲਾਸ਼ ਕਰਨ ਲੱਗੀ, ਪਰ ਜਦੋਂ ਉਹ ਰਸੋਈ ਦੇ ਨੇੜੇ ਪਹੁੰਚੀ ਤਾਂ ਦੇਖਿਆ ਕਿ ਤਾਲਾ ਲੱਗਿਆ ਹੋਇਆ ਸੀ। ਵਿਚਾਰੀ ਆਪਣੀ ਸੱਸ ਨੂੰ ਵੀ ਕੁਝ ਨਹੀਂ ਕਹਿ ਸਕਦੀ ਸੀ, ਬਸ ਰੱਬ ਅੱਗੇ ਅਰਦਾਸ ਕਰ ਰਹੀ ਸੀ। ਜਦੋਂ ਉਹ ਨਿਰਾਸ਼ ਹੋ ਕੇ ਕਮਰੇ ਵੱਲ ਜਾਣ ਲੱਗੀ ਤਾਂ ਭਗਵਾਨ ਦੀ ਮੂਰਤੀ ਦੇ ਸਾਹਮਣੇ ਰੱਖੇ ਦੀਵੇ ਨੂੰ ਦੇਖ ਕੇ ਰੁਕ ਗਈ, ਜੋ ਕਿ ਧੀਮੀ ਲਾਟ ਵਿੱਚ ਬਲ ਰਿਹਾ ਸੀ।
ਕਿਉਂਕਿ ਦੁਖੀ ਲੋਕਾਂ ਦਾ ਇੱਕੋ ਇੱਕ ਸਹਾਰਾ ਪਰਮਾਤਮਾ ਹੀ ਹੁੰਦਾ ਹੈ। ਉਸ ਦੀਵੇ ਦੀ ਲਾਟ ਤੇ ਉਸ ਦੀਆਂ ਅੱਖਾਂ ਨਾਲ ਅਜਿਹਾ ਤਾਲਮੇਲ ਹੋਇਆ ਕਿ ਥੋੜੇ ਥੋੜੇ ਹੰਝੂ ਵਹਿਣ ਲੱਗੇ। ਰੱਬ ਜੀ ਮੈਨੂੰ ਤਾਕਤ ਦੇਵੋ ਤਾਂ ਜੋ ਮੈਂ ਸਭ ਨੂੰ ਖੁਸ਼ ਰੱਖ ਸਕਾਂ। ਹੋਰ ਕੁਝ ਨਾ ਕਹਿ ਸਕੀ ਤੇ ਗਲਾ ਭਰ ਆਇਆ। ਫਿਰ ਅਚਾਨਕ ਉਸਨੇ ਦੇਖਿਆ ਕਿ ਮੰਦਰ ਵਿੱਚ 5-6 ਲੱਡੂ ਚੜਾਏ ਹੋਏ ਸਨ। ਸ਼ਾਇਦ ਵਿਆਹ ਦਾ ਪ੍ਰਸ਼ਾਦ ਸਮਝ ਕੇ ਸੋਨੀਆ ਨੇ 2 ਲੱਡੂ ਚੁੱਕ ਲਏ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ। ਰੋਂਦੇ ਰੋਂਦੇ ਪਤਾ ਹੀ ਨਾ ਲੱਗਾ ਕਦੋਂ ਨੀਂਦ ਆ ਗਈ। ਜਦੋਂ ਅੱਖ ਖੁੱਲੀ ਤਾਂ ਸਵੇਰ ਹੋ ਚੁੱਕੀ ਸੀ। ਨਹਾ ਕੇ ਉਹ ਹੇਠਾਂ ਆਈ ਤਾਂ ਸਮੀਰ ਵੀ ਹੇਠਾਂ ਬੈਠਾ ਸੀ। ਜਦੋਂ ਦਰਸ਼ਨ ਨੇ ਇਸ਼ਾਰਾ ਕੀਤਾ ਤਾਂ ਨਾ ਚਾਹੁੰਦੇ ਹੋਏ ਵੀ ਪ੍ਰੀਤੋ ਆਈ ਤੇ ਸੋਨੀਆ ਨੂੰ ਕੁਝ ਸਾੜੀਆਂ ਤੇ ਗਹਿਣੇ ਦਿੰਦੀ ਹੋਈ ਬੋਲੀ, ਨਾਸ਼ਤਾ ਕਰਨ ਤੋਂ ਬਾਅਦ ਇਹ ਪਹਿਨ ਕੇ ਹੇਠਾਂ ਆ ਜਾਣਾ। ਅੱਜ ਪਿੰਡ ਵਾਲੇ ਮੂੰਹ ਦਿਖਾਈ ਦੀ ਰਸਮ ਤੇ ਆ ਰਹੇ ਹਨ ਤੇ ਚੰਗੀ ਤਰ੍ਹਾਂ ਮੇਕਅਪ ਕਰ ਲੈਣਾ। ਜੀ ਮਾਂ ਕਹਿ ਕੇ ਸੋਨੀਆ ਸਮਾਨ ਲੈ ਲੈਂਦੀ ਹੈ ਤੇ ਆਪਣੇ ਕਮਰੇ ਵਿੱਚ ਆ ਜਾਂਦੀ ਹੈ। ਅੱਜ ਸੋਨੀਆ ਥੋੜੀ ਖੁਸ਼ ਹੈ ਕਿਉਂਕਿ ਪਹਿਲੀ ਵਾਰ ਉਸ ਨੂੰ ਤਿਆਰ ਹੋਣ ਦਾ ਸਮਾਂ ਮਿਲਿਆ ਸੀ। ਨਹੀਂ ਤਾਂ ਵਿਚਾਰੀ ਸਾਰੀ ਉਮਰ ਸਾਦੇ ਕੱਪੜਿਆਂ ਵਿੱਚ ਹੀ ਰਹਿੰਦੀ ਸੀ। ਵਿਹੜੇ ਵਿੱਚ ਔਰਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ। ਬਹੁਤ ਚਹਿਲ ਪਹਿਲ ਹੋ ਗਈ ਸੀ। ਹਰ ਕੋਈ ਬਸ ਨੂੰਹ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਅੱਜ ਦਰਸ਼ਨ ਘਰ ਹੀ ਸੀ, ਨਹੀਂ ਤਾਂ ਪ੍ਰੀਤੋ ਨੇ ਸੋਨੀਆ ਨੂੰ ਕਿੱਥੇ ਤਿਆਰ ਹੋਣ ਦੇਣਾ ਸੀ। ਦਰਸ਼ਨ ਨੇ ਪ੍ਰੀਤੋ ਨੂੰ ਆਪਣੀ ਨੂੰਹ ਲਿਆਉਣ ਦਾ ਇਸ਼ਾਰਾ ਕੀਤਾ। ਪ੍ਰੀਤੋ ਕਮਰੇ ਵਿੱਚ ਚਲੀ ਗਈ, ਪਰ ਸੋਨੀਆ ਨੂੰ ਦੇਖ ਕੇ ਪ੍ਰੀਤੋ ਹੈਰਾਨ ਹੋ ਕੇ ਉਸ ਨੂੰ ਹੇਠੋਂ ਤਾਂ ਉੱਪਰ ਤੱਕ ਦੇਖ ਰਹੀ ਸੀ। ਕੁਝ ਪਲਾਂ ਬਾਅਦ ਪ੍ਰੀਤੋ ਦੇ ਮੂੰਹੋਂ ਆਵਾਜ਼ ਨਿਕਲੀ, ਹਾਏ ਕਰਮਜਲੀ, ਇਹ ਕੀ ਕੀਤਾ ਹੋਇਆ? ਤੈਨੂੰ ਸਹੀ ਢੰਗ ਨਾਲ ਤਿਆਰ ਵੀ ਨਹੀਂ ਹੋਣਾ ਆਉਂਦਾ ਹੈ। ਸੋਨੀਆ ਨੇ ਕਦੇ ਮੇਕਅਪ ਨਹੀਂ ਕੀਤਾ ਸੀ, ਇਸ ਲਈ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸਨੇ ਟੇਢੀ ਮੇਢੀ ਲਿਪਸਟਿਕ ਲਾਈ ਹੋਈ ਸੀ, ਅੱਖਾਂ ਵਿੱਚ ਬਹੁਤ ਸਾਰਾ ਕਜਲਾ ਪਾਇਆ ਹੋਇਆ ਸੀ ਤੇ ਸਾੜੀ ਵੀ ਤੌਲੀਏ ਵਾਂਗ ਲਪੇਟੀ ਹੋਈ ਸੀ। ਪ੍ਰੀਤੋ ਨੇ ਗੁੱਸੇ ਵਿੱਚ ਆ ਕੇ ਕਿਹਾ, ਉਹ ਬੇਸ਼ਰਮ, ਤੇਰਾ ਚਿਹਰਾ ਤਾਂ ਪਹਿਲਾਂ ਹੀ ਕਾਲਾ ਹੈ ਤੇ ਦੂਜਾ ਜੇ ਤੂੰ ਇਸ ਰੂਪ ਵਿੱਚ ਬਾਹਰ ਆਈ ਤਾਂ ਤੈਨੂੰ ਘਰੋਂ ਕੱਢਣ ਵਿੱਚ ਮੈਂ ਬਹੁਤਾ ਸਮਾਂ ਨਹੀਂ ਲਾਵਾਂਗੀ। ਇਸ ਵਾਰ ਸਮੀਰ ਦੇ ਪਿਤਾ ਵੀ ਮੈਨੂੰ ਨਹੀਂ ਰੋਕ ਸਕਣਗੇ। ਪ੍ਰੀਤੋ ਸੋਨੀਆ ਨੂੰ ਝਿੜਕ ਕੇ ਬਾਹਰ ਆ ਗਈ। ਪ੍ਰੀਤੋ ਨੂੰ ਕੱਲਾ ਆਉਂਦਾ ਦੇਖ ਕੇ ਦਰਸ਼ਨ ਹੈਰਾਨ ਰਹਿ ਗਿਆ ਕਿ ਸ਼ਾਇਦ ਪ੍ਰੀਤੋ ਨੇ ਫਿਰ ਕੋਈ ਹੋਰ ਲੀਲਾ ਸ਼ੁਰੂ ਕਰ ਦਿੱਤੀ ਹੋਵੇਗੀ। ਪ੍ਰੀਤੋ ਨੇ ਹੱਥ ਜੋੜ ਕੇ ਸਾਰੀਆਂ ਔਰਤਾਂ ਨੂੰ ਕਿਹਾ ਕਿ ਕਿਰਪਾ ਕਰਕੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ। ਅੱਜ ਸਾਡੀ ਨੂੰਹ ਦੀ ਹਾਲਤ ਠੀਕ ਨਹੀਂ ਹੈ, ਇਸ ਲਈ ਅੱਜ ਮੂੰਹ ਦਿਖਾਈ ਦੀ ਰਸਮ ਨਹੀਂ ਹੋ ਸਕੇਗੀ। ਔਰਤਾਂ ਵਿੱਚ ਕੁਸਰ ਮੁਸਰ ਹੋਣ ਲੱਗੀ। ਫਿਰ ਪ੍ਰੀਤੋ ਨੇ ਸਾਰਿਆਂ ਤੋਂ ਮਾਫੀ ਮੰਗੀ ਤੇ ਔਰਤਾਂ ਵੀ ਆਪਣੇ ਆਪਣੇ ਘਰ ਜਾਣ ਲਈ ਤਿਆਰ ਹੋ ਗਈਆਂ। ਤਾਂ ਦਰਸ਼ਨ ਨੇ ਕਿਹਾ, ਪ੍ਰੀਤੋ ਸੋਨੀਆ ਦੀ ਤਬੀਅਤ ਠੀਕ ਨਹੀਂ ਹੈ। ਸਵੇਰੇ ਤਾਂ ਉਹ ਠੀਕ ਲੱਗ ਰਹੀ ਸੀ, ਹੁਣ ਉਸ ਨੂੰ ਅਚਾਨਕ ਕੀ ਹੋ ਗਿਆ? ਪ੍ਰੀਤੋ ਨੇ ਕਿਹਾ, ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ ਕਿ ਉਸ ਨੂੰ ਕੀ ਹੋਇਆ ਹੈ। ਫਿਰ ਔਰਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਆਹ ਵੀ ਚੁੱਪ ਚਵੀਤੇ ਕਰਾ ਦਿੱਤਾ ਸੀ, ਕਿਸੇ ਨੂੰ ਸੱਦਾ ਦੇਣਾ ਤਾਂ ਦੂਰ, ਦੱਸਿਆ ਤੱਕ ਨਹੀਂ ਸੀ ਤੇ ਹੁਣ ਨੂੰਹ ਦੀ ਸਿਹਤ ਦਾ ਬਹਾਨਾ ਕਰਕੇ ਉਸ ਨੂੰ ਦੇਖਣ ਵੀ ਨਹੀਂ ਦਿੱਤਾ ਜਾ ਰਿਹਾ। ਪ੍ਰੀਤੋ ਭੈਣ, ਸਭ ਠੀਕ ਤਾਂ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਜਿਹੜਾ ਤੁਹਾਨੂੰ ਸਮੀਰ ਦਾ ਵਿਆਹ ਇਸ ਤਰ੍ਹਾਂ ਕਰਨਾ ਪਿਆ ਹੈ? ਪ੍ਰੀਤੋ ਨੇ ਕਿਹਾ, ਕੋਈ ਗੱਲ ਨਹੀਂ ਹੈ, ਬਸ ਇਹ ਹੈ ਕਿ ਨੂੰਹ ਦੀ ਤਬੀਅਤ ਖਰਾਬ ਹੈ ਤੇ ਵਿਆਹ ਤੋਂ ਥੱਕ ਗਈ ਸੀ। ਅਸੀਂ ਕਿਸੇ ਹੋਰ ਦਿਨ ਮੂੰਹ ਦਿਖਾਈ ਕਰ ਲਵਾਂਗੇ। ਪਰ ਕੁਝ ਔਰਤਾਂ ਕਿੱਥੇ ਮੰਨਣ ਵਾਲੀਆਂ ਸੀ। ਉਹ ਇੱਕ ਤੋਂ ਇੱਕ ਵੱਧ ਕੇ ਗੱਲਾਂ ਬਣਾਉਣ ਲੱਗ ਪਈਆਂ। ਫਿਰ ਅਚਾਨਕ ਔਰਤਾਂ ਨੇ ਕੰਧ ਤੇ ਤਾਰਿਆਂ ਦੀ ਚਮਕ ਦੇਖੀ। ਜਦੋਂ ਸਾਰਿਆਂ ਨੇ ਉੱਪਰ ਵਾਲੇ ਕਮਰੇ ਵੱਲ ਦੇਖਿਆ ਤਾਂ ਉਹਨਾਂ ਨੂੰ ਸੋਨੀਆ ਨੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸੁੰਦਰ ਗਹਿਣਿਆਂ ਨਾਲ ਲੱਦੀ ਹੋਈ ਦਿਖਾਈ ਦਿੱਤੀ। ਸੋਨੀਆ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਸੀ। ਸਾਰੀਆਂ ਔਰਤਾਂ ਨੇ ਪ੍ਰੀਤੋ ਬਸ ਦੇਖਦੀਆਂ ਹੀ ਰਹੀਆਂ। ਉਦੋਂ ਹੀ ਸੋਨੀਆ ਪੌੜੀਆਂ ਤੋਂ ਹੇਠਾਂ ਆ ਕੇ ਉਹਨਾਂ ਦੇ ਕੋਲ ਬੈਠ ਗਈ। ਉਸਨੇ ਘੁੰਡ ਕੱਢਿਆ ਹੋਇਆ ਸੀ, ਪਰ ਫਿਰ ਵੀ ਉਹ ਦੇਵੀ ਵਰਗੀ ਲੱਗ ਰਹੀ ਸੀ। ਫਿਰ ਦਰਸ਼ਨ ਆਉਂਦਾ ਹੈ, ਸਾਡੀ ਨੂੰਹ ਸਾਡੇ ਲਈ ਸਭ ਤੋਂ ਵੱਡਾ ਦਾਜ ਹੈ। ਬੇਕਾਰ ਚੀਜ਼ਾਂ ਦਾ ਕੀ ਫਾਇਦਾ? ਵੈਸੇ ਵੀ ਸਾਡੇ ਘਰ ਸਾਰਾ ਕੁਝ ਰੱਬ ਨੇ ਦਿੱਤਾ ਹੋਇਆ ਹੈ। ਦਾਜ ਤਾਂ ਮਰੀ ਜ਼ਮੀਰ ਵਾਲੇ ਲੋਕ ਲੈਂਦੇ ਹਨ, ਜੋ ਆਪ ਤਾਂ ਕੁਝ ਕਮਾਉਂਦੇ ਨਹੀਂ ਤੇ ਦੂਜਿਆਂ ਦੀ ਦੌਲਤ ਤੇ ਨਜ਼ਰ ਰੱਖਦੇ ਹਨ। ਸਾਰੀਆਂ ਔਰਤਾਂ ਵਿੱਚ ਚੁੱਪ ਛਾ ਗਈ। ਸਾਰੀਆਂ ਔਰਤਾਂ ਨੂੰਹ ਨੂੰ ਮੂੰਹ ਦਿਖਾਈ ਦਿੰਦੀਆਂ ਹਨ ਤੇ ਰਸਮੀ ਤੌਰ ਤੇ ਰਸਮ ਪੂਰੀ ਹੋ ਜਾਂਦੀ ਹੈ। ਸਾਰੀਆਂ ਔਰਤਾਂ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ। ਹੁਣ ਪ੍ਰੀਤੋ ਸੋਨੀਆ ਨੂੰ ਫੜ ਕੇ ਆਪਣੇ ਕਮਰੇ ਵਿੱਚ ਲੈ ਜਾਂਦੀ ਹੈ ਤੇ ਕਹਿੰਦੀ ਹੈ ਕਿ ਸਾਰੇ ਗਹਿਣੇ ਤੇ ਪੈਸੇ ਇੱਥੇ ਰੱਖ ਤੇ ਆਪਣੇ ਕਮਰੇ ਵਿੱਚ ਚੱਲਦੀ ਬਣ।
ਸੋਨੀਆ ਚੁੱਪਚਾਪ ਸਭ ਕੁਝ ਉੱਥੇ ਰੱਖ ਦਿੰਦੀ ਹੈ। ਰਾਤ ਦੇ ਪੌਣੇ 11 ਵੱਜ ਚੁੱਕੇ ਸਨ, ਪਰ ਸਮੀਰ ਅਜੇ ਘਰ ਨਹੀਂ ਪਰਤਿਆ। ਸੋਨੀਆ ਉਸ ਦਾ ਇੰਤਜ਼ਾਰ ਕਰ ਰਹੀ ਸੀ। ਸੋਨੀਆ ਨੂੰ ਯਕੀਨ ਸੀ ਕਿ ਸਮੀਰ ਦੇ ਦਿਲ ਦੇ ਕਿਸੇ ਕੋਨੇ ਵਿੱਚ ਉਸ ਲਈ ਭਾਵਨਾਵਾਂ ਜ਼ਰੂਰ ਪੈਦਾ ਹੋਵੇਗੀ, ਪਰ ਸਮੀਰ ਕਦੇ ਘਰ ਹੀ ਨਹੀਂ ਆਉਂਦਾ। ਸਵੇਰ ਹੋ ਚੁੱਕੀ ਸੀ ਤੇ ਸੋਨੀਆ ਰਾਤ ਨੂੰ ਜਾਗਦੀ ਰਹਿਣ ਕਾਰਨ ਦਿਨ ਵੇਲੇ ਉੱਠ ਨਹੀਂ ਸਕੀ ਸੀ। ਇਸ ਦੌਰਾਨ ਪ੍ਰੀਤੋ ਦਾ ਗੁੱਸਾ ਸਿਖਰ ਤੇ ਸੀ। ਡੈਣ ਆਪਣੇ ਪਿਤਾ ਦਾ ਘਰ ਸਮਝ ਕੇ ਅਜੇ ਤੱਕ ਸੌਂ ਰਹੀ ਹੈ, ਪਰ ਮੈਂ ਇਹ ਸਭ ਨਹੀਂ ਹੋਣ ਦਿਆਂਗੀ। ਪ੍ਰੀਤੋ ਸੋਨੀਆ ਦੇ ਕਮਰੇ ਵਿੱਚ ਆ ਗਈ ਤੇ ਪਾਣੀ ਦੀ ਭਰੀ ਬਾਲਟੀ ਸੋਨੀਆ ਦੇ ਉੱਤੇ ਪਾ ਦਿੱਤੀ ਤਾਂ ਸੋਨੀਆ ਇੱਕਦਮ ਉੱਠੀ ਤੇ ਘਬਰਾਹਟ ਵਿੱਚ ਵੇਖਣ ਲੱਗੀ। ਕਲਮੂਹੀ, ਤੇਰੇ ਘਰ ਦੇ ਲੋਕ 10 ਵਜੇ ਉੱਠਦੇ ਹਨ, ਜਿਹੜਾ ਤੂੰ ਇੱਥੇ ਵੀ ਹਜੇ ਪਈ ਹੋਈ ਹੈ। ਸੋਨੀਆ ਕੁਝ ਨਾ ਬੋਲੀ ਤੇ ਚੁੱਪਚਾਪ ਕਮਰੇ ਤੋਂ ਬਾਹਰ ਆ ਗਈ। ਉਸ ਦੀ ਸੱਸ ਅਜੇ ਵੀ ਬੁੜਬੁੜਾ ਰਹੀ ਸੀ। ਸੋਨੀਆ ਜਲਦੀ ਨਹਾ ਕੇ ਰਸੋਈ ਵਿੱਚ ਚਲੀ ਜਾਂਦੀ ਹੈ। ਉਦੋਂ ਹੀ ਦਰਸ਼ਨ ਘਰ ਆਉਂਦਾ ਹੈ ਤੇ ਕਹਿੰਦਾ, ਅਸੀਂ ਸਮੀਰ ਤੇ ਸੋਨੀਆ ਨੂੰ ਕੁਲ ਦੇਵੀ ਦੇ ਦਰਸ਼ਨਾਂ ਲਈ ਲੈ ਕੇ ਜਾਣਾ ਹੈ। ਕੱਲ ਚਤੁਰਦਸ਼ੀ ਹੈ, ਇਸ ਲਈ ਮੈਂ ਟਿਕਟਾਂ ਬੁੱਕ ਕਰਾ ਲਈਆਂ ਹਨ। ਸਮੀਰ ਵੀ ਘਰ ਆ ਜਾਂਦਾ ਹੈ ਤੇ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਕੁਲ ਦੇਵੀ ਦੇ ਦਰਸ਼ਨਾਂ ਲਈ ਜਾਣ ਨੂੰ ਤਿਆਰ ਹੈ। ਪ੍ਰੀਤੋ ਹੈਰਾਨ ਹੋ ਜਾਂਦੀ ਹੈ, ਪਰ ਸੋਨੀਆ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਕਿ ਸ਼ਾਇਦ ਸੋਨੀਆ ਨੂੰ ਲੱਗਦਾ ਸੀ ਕਿ ਸਮੀਰ ਨਾਲ ਉਸਦੇ ਰਿਸ਼ਤੇ ਵਿੱਚ ਤਬਦੀਲੀ ਸ਼ੁਰੂ ਹੋ ਗਈ ਹੈ, ਪਰ ਸੋਨੀਆ ਇਹ ਸਮਝਣ ਤੋਂ ਅਸਮਰੱਥ ਸੀ ਕਿ ਇਹ ਅਚਾਨਕ ਆਈ ਤਬਦੀਲੀ ਦਾ ਕਾਰਨ ਕੀ ਹੋ ਸਕਦਾ ਹੈ। ਸਮੀਰ ਨੇ ਸੋਨੀਆ ਨੂੰ ਕੱਲ੍ਹ ਲਈ ਪੈਕਿੰਗ ਕਰਨ ਲਈ ਕਿਹਾ, ਕਿਉਂਕਿ ਉਹਨਾਂ ਨੇ ਕੱਲ੍ਹ ਸਵੇਰੇ ਹੀ ਜਾਣਾ ਸੀ। ਸੋਨੀਆ ਕਮਰੇ ਵਿੱਚ ਜਾ ਕੇ ਪੈਕਿੰਗ ਸ਼ੁਰੂ ਕਰ ਦਿੰਦੀ ਹੈ। ਅਗਲੇ ਦਿਨ ਸਮੀਰ ਤੇ ਸੋਨੀਆ ਸਵੇਰੇ ਤੜਕੇ ਨਿਕਲਣ ਲਈ ਤਿਆਰ ਸਨ। ਕਾਰ ਵੀ ਉਹਨਾਂ ਦੇ ਰੇਲਵੇ ਸਟੇਸ਼ਨ ਤੱਕ ਛੱਡਣ ਲਈ ਪਹੁੰਚ ਗਈ ਸੀ। ਦਰਸ਼ਨ ਨੇ ਸੋਨੀਆ ਨੂੰ ਅਸ਼ੀਰਵਾਦ ਦਿੱਤਾ ਤੇ ਸਮੀਰ ਨੂੰ ਜਾਣ ਦੀ ਆਗਿਆ ਦਿੱਤੀ। ਸਮੀਰ ਤੇ ਸੋਨੀਆ ਗੱਡੀ ਵਿੱਚ ਸਵਾਰ ਹੋ ਕੇ ਕੁਲ ਦੇਵੀ ਦੇ ਦਰਸ਼ਨਾਂ ਲਈ ਨਿਕਲ ਗਏ। ਸੋਨੀਆ ਤੇ ਸਮੀਰ ਕੁਲ ਦੇਵੀ ਦੇ ਦਰਸ਼ਨ ਕਰਨ ਲਈ ਮੰਦਿਰ ਪਹੁੰਚ ਜਾਂਦੇ ਹਨ। ਇਹ ਸਥਾਨ ਰੁੱਖਾਂ ਨਾਲ ਢੱਕਿਆ ਹੋਇਆ ਇੱਕ ਪਹਾੜੀ ਇਲਾਕਾ ਸੀ। ਰਾਹ ਵੀ ਸੁੰਨਸਾਨ ਸਨ। ਸੋਨੀਆ ਨੂੰ ਇੱਥੇ ਡਰ ਲੱਗਣ ਲੱਗਾ ਸੀ। ਫਿਰ ਸਮੀਰ ਨੇ ਕਿਹਾ, ਇਹ ਸਾਹਮਣੇ ਜੋ ਪਹਾੜੀ ਹੈ, ਇਸ ਨੂੰ ਪਾਰ ਕਰਨ ਤੋਂ ਬਾਅਦ ਕੁਲ ਦੇਵੀ ਦਾ ਮੰਦਿਰ ਹੈ। ਸ਼ਾਮ ਹੋਣ ਵਾਲੀ ਸੀ ਤੇ ਰਾਹ ਵੀ ਪਥਰੀਲਾ ਸੀ। ਸੋਨੀਆ ਨੂੰ ਇਹ ਚਿੰਤਾ ਸਤਾਉਣ ਲੱਗੀ ਕਿ ਉਹ ਰਾਤ ਕਿੱਥੇ ਰਹਿਣਗੇ। ਉਸ ਦੇ ਮਨ ਵਿੱਚ ਉਲਝਣ ਸੀ। ਇਸ ਲਈ ਉਸਨੇ ਝਿਜਕਦਿਆਂ ਹੋਇਆਂ ਪੁੱਛਿਆ, ਸਮੀਰ ਜੀ, ਇੱਥੇ ਦੂਰ ਦੂਰ ਤੱਕ ਕੋਈ ਮਨੁੱਖ ਦਿਖਾਈ ਨਹੀਂ ਦਿੰਦਾ, ਅਸੀਂ ਰਾਤ ਕਿੱਥੇ ਰੁਕਾਂਗੇ। ਸਮੀਰ ਨੇ ਸੋਨੀਆ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ ਅੱਗੇ ਵਧ ਗਿਆ। ਸੋਨੀਆ ਬਹੁਤ ਥੱਕ ਚੁੱਕੀ ਸੀ, ਪਰ ਚਾਹ ਕੇ ਵੀ ਸਮੀਰ ਨੂੰ ਆਰਾਮ ਕਰਨ ਲਈ ਨਹੀਂ ਕਹਿ ਸਕਦੀ ਸੀ। ਸਾਨੂੰ ਇਹ ਪਹਾੜੀ ਪਾਰ ਕਰਨੀ ਪਵੇਗੀ, ਸਮੀਰ ਨੇ ਸੋਨੀਆ ਨੂੰ ਕਿਹਾ। ਪਹਾੜੀ ਨੂੰ ਦੇਖ ਕੇ ਸੋਨੀਆ ਦੇ ਹੋਸ਼ ਉੱਡ ਗਏ। ਉਹ ਪਹਿਲਾਂ ਹੀ ਥੱਕ ਚੁੱਕੀ ਸੀ। ਫਿਰ ਸਮੀਰ ਨੇ ਕਿਹਾ, ਜੇ ਤੁਸੀਂ ਮੇਰੇ ਨਾਲ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ, ਨਹੀਂ ਤਾਂ ਇੱਥੇ ਬੈਠ ਕੇ ਮੇਰਾ ਇੰਤਜ਼ਾਰ ਕਰ ਲਵੋ, ਮੈਂ ਦਰਸ਼ਨ ਕਰਕੇ ਆ ਜਾਵਾਂਗਾ। ਸੋਨੀਆ ਦੇ ਸਾਹਮਣੇ ਵੱਡੀ ਚੁਣੌਤੀ ਸੀ। ਜੇ ਉਹ ਉੱਪਰ ਜਾਣਾ ਚਾਹੁੰਦੀ ਸੀ ਤਾਂ ਉਸ ਕੋਲ ਬਹੁਤੀ ਤਾਕਤ ਨਹੀਂ ਬਚੀ ਸੀ, ਤੇ ਜੇ ਉਹ ਇੱਥੇ ਉਡੀਕ ਕਰਦੀ ਹੈ ਤਾਂ ਰਾਤ ਹੋਣ ਵਾਲੀ ਸੀ ਤੇ ਉਹ ਇੱਥੇ ਇਕੱਲੀ ਸੀ। ਸੋਨੀਆ ਨੂੰ ਕੋਈ ਰਾਹ ਨਹੀਂ ਦਿਸ ਰਿਹਾ ਸੀ। ਸ਼ਾਮ ਦੇ 7 ਵੱਜ ਚੁੱਕੇ ਸਨ। ਸਾਨੂੰ 9 ਵਜੇ ਤੋਂ ਪਹਿਲਾਂ ਪਹੁੰਚ ਕੇ ਪੂਜਾ ਕਰਨੀ ਪਵੇਗੀ, ਸਮੀਰ ਨੇ ਬੇਝਿਜਕ ਹੋ ਕੇ ਕਿਹਾ। ਸਮੀਰ ਹੁਣ ਪਹਾੜ ਦੀ ਚੋਟੀ ਵੱਲ ਵਧਣ ਲੱਗਾ ਤਾਂ ਸੋਨੀਆ ਵੀ ਤੇਜ਼ੀ ਨਾਲ ਉਸ ਦੇ ਪਿੱਛੇ ਪਿੱਛੇ ਤੁਰ ਪਈ। ਹੁਣ ਸਮੀਰ ਨੇ ਸੋਨੀਆ ਨੂੰ ਗੱਲਬਾਤ ਜਾਰੀ ਰੱਖਣ ਲਈ ਕਿਹਾ ਤਾਂ ਕਿ ਯਾਤਰਾ ਜਲਦੀ ਪੂਰੀ ਕੀਤੀ ਜਾ ਸਕੇ। ਸੋਨੀਆ ਕੁਝ ਨਾ ਕੁਝ ਕਹਿ ਰਹੀ ਸੀ ਤੇ ਸਮੀਰ ਸਿਰਫ ਹਾਂ ਵਿੱਚ ਜਵਾਬ ਦੇ ਰਿਹਾ ਸੀ। ਤੁਰਦੇ ਤੁਰਦੇ ਉਹ ਪਹਾੜ ਦੀ ਚੋਟੀ ਦੇ ਨੇੜੇ ਪਹੁੰਚ ਗਏ, ਜਿੱਥੇ ਹਨੇਰੇ ਵਿੱਚ ਇੱਕ ਚਿੱਟਾ ਮੰਦਿਰ ਦਿਖਾਈ ਦੇ ਰਿਹਾ ਸੀ। ਸੋਨੀਆ ਨੇ ਸਮੀਰ ਨੂੰ ਪੁੱਛਿਆ ਕਿ ਕੀ ਇਹ ਉਹੀ ਮੰਦਿਰ ਹੈ, ਪਰ ਸਮੀਰ ਦੀ ਆਵਾਜ਼ ਨਹੀਂ ਆਈ। ਉਸਨੇ ਦੇਖਿਆ ਕਿ ਸਮੀਰ ਉੱਥੇ ਨਹੀਂ ਸੀ। ਸੋਨੀਆ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਸਮੀਰ ਤੁਰਦੇ ਤੁਰਦੇ ਉਸ ਦੀਆਂ ਨਜ਼ਰਾਂ ਤੋਂ ਗਾਇਬ ਹੋ ਗਿਆ ਸੀ। ਹੁਣ ਸੋਨੀਆ ਬਹੁਤ ਡਰੀ ਹੋਈ ਸੀ ਤੇ ਨਾ ਤਾਂ ਉਸਨੂੰ ਅੱਗੇ ਦੇ ਰਾਹ ਦਾ ਪੂਰਾ ਪਤਾ ਸੀ ਤੇ ਨਾ ਹੀ ਉਹ ਵਾਪਸ ਜਾ ਸਕਦੀ ਸੀ, ਕਿਉਂਕਿ ਪੇਂਡੂ ਬਸਤੀਆਂ ਪਹਾੜੀ ਤੋਂ ਬਹੁਤ ਦੂਰ ਸਨ ਤੇ ਮੱਧਮ ਰੋਸ਼ਨੀ ਨਾਲ ਦਿਖਾਈ ਦੇ ਰਹੀਆਂ ਸੀ। ਸੋਨੀਆ ਨੇ ਸਮੀਰ ਨੂੰ ਆਵਾਜ਼ ਮਾਰੀ, ਸਮੀਰ, ਸਮੀਰ, ਤੁਸੀਂ ਕਿੱਥੇ ਹੋ? ਪਰ ਕੋਈ ਜਵਾਬ ਨਹੀਂ ਮਿਲਿਆ। ਸੋਨੀਆ ਬਹੁਤ ਘਬਰਾ ਗਈ ਤੇ ਉੱਥੇ ਹੀ ਬੈਠ ਗਈ। ਰਾਤ ਹੋ ਚੁੱਕੀ ਸੀ ਤੇ ਹੁਣ ਜੰਗਲਾਂ ਵਿੱਚੋਂ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਸਨ। ਸੋਨੀਆ ਚੁੱਪਚਾਪ ਇੱਕ ਦਰਖਤ ਹੇਠਾਂ ਬੈਠੀ
ਤੇ ਹੌਲੀ-ਹੌਲੀ ਸਮੀਰ ਨੂੰ ਆਵਾਜ਼ ਮਾਰ ਰਹੀ ਸੀ। ਉੱਥੇ ਹੀ ਸਮੀਰ ਨੇ ਸੋਨੀਆ ਨੂੰ ਜੰਗਲ ਵਿੱਚ ਛੱਡ ਦਿੱਤਾ ਤੇ ਚੁੱਪਚਾਪ ਹੇਠਾਂ ਤੁਰ ਪਿਆ। ਹਨੇਰਾ ਬਹੁਤ ਸੀ ਤੇ ਉਸਨੇ ਆਪਣੇ ਮੋਬਾਈਲ ਦੀ ਫਲੈਸ਼ ਆਨ ਕੀਤੀ ਤੇ ਤੇਜ਼ੀ ਨਾਲ ਚੱਲ ਰਿਹਾ ਸੀ। ਫਿਰ ਅਚਾਨਕ ਸਮੀਰ ਦਾ ਪੈਰ ਤਿਲਕ ਗਿਆ ਤੇ ਉਹ ਜ਼ੋਰ ਨਾਲ ਡਿੱਗ ਪਿਆ। ਉਸਨੇ ਚੀਕ ਮਾਰੀ ਤਾਂ ਸੋਨੀਆ ਨੂੰ ਉਸਦੀ ਚੀਕ ਸੁਣਾਈ ਦਿੱਤੀ। ਉਸਨੇ ਫਟਾਫਟ ਸਮੀਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਸਮੀਰ ਉੱਚੀ-ਉੱਚੀ ਚੀਕ ਰਿਹਾ ਸੀ ਕਿਉਂਕਿ ਉਹ ਜੜ ਦੇ ਸਹਾਰੇ ਪਹਾੜੀ ਤੇ ਲਟਕ ਰਿਹਾ ਸੀ। ਸੋਨੀਆ ਨੇ ਆਵਾਜ਼ ਸੁਣੀ ਤੇ ਉੱਥੇ ਆ ਗਈ ਤਾਂ ਨੇੜੇ ਹੀ ਸਮੀਰ ਦਾ ਮੋਬਾਈਲ ਪਿਆ ਸੀ ਜਿਸ ਦੀ ਫਲੈਸ਼ ਆਨ ਸੀ। ਉੱਥੋਂ ਥੋੜੀ ਦੂਰ ਤੇ ਸਮੀਰ ਦੀ ਆਵਾਜ਼ ਆ ਰਹੀ ਸੀ। ਸੋਨੀਆ ਨੇ ਸਮੀਰ ਨੂੰ ਫੋਨ ਦੀ ਫਲੈਸ਼ ਨਾਲ ਲੱਭ ਲਿਆ। ਸਮੀਰ ਦਰਖਤ ਦੀ ਜੜ ਫੜ ਕੇ ਮਦਦ ਮੰਗ ਰਿਹਾ ਸੀ। ਸੋਨੀਆ ਤੇਜ਼ੀ ਨਾਲ ਸਮੀਰ ਦੇ ਕੋਲ ਆਈ ਤੇ ਆਪਣੀ ਚੁੰਨੀ ਨੂੰ ਦਰਖਤ ਨਾਲ ਬੰਨ੍ਹ ਕੇ ਸਮੀਰ ਨੂੰ ਫੜਨ ਲੱਗੀ। ਸਮੀਰ ਨੇ ਚੁੰਨੀ ਨੂੰ ਕੱਸ ਕੇ ਫੜ ਲਿਆ ਤੇ ਹੌਲੀ-ਹੌਲੀ ਉੱਪਰ ਵੱਲ ਆਉਣ ਲੱਗਾ। ਸੋਨੀਆ ਨੇ ਚੁੰਨੀ ਨੂੰ ਦਰਖਤ ਨਾਲ ਬੰਨ੍ਹ ਕੇ ਚੁੰਨੀ ਨੂੰ ਆਪਣੇ ਹੱਥਾਂ ਨਾਲ ਖਿੱਚ ਰਹੀ ਸੀ ਜਿਸ ਕਾਰਨ ਉਸਦੇ ਹੱਥ ਦੁਖ ਰਹੇ ਸਨ। ਸਮੀਰ ਵੀ ਬੁਰੀ ਤਰ੍ਹਾਂ ਥੱਕ ਗਿਆ ਸੀ। ਸਮੀਰ ਜ਼ਖਮੀ ਹਾਲਤ ਵਿੱਚ ਉੱਪਰ ਆ ਰਿਹਾ ਸੀ। ਸੋਨੀਆ ਨੇ ਸਮੀਰ ਨੂੰ ਹੱਥ ਫੜਿਆ ਤੇ ਉਸ ਨਾਲ ਚਿਪਕ ਕੇ ਰੋਣ ਲੱਗੀ। ਸਮੀਰ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਉਸਦੀ ਛਾਤੀ ਤੇ ਸੱਟ ਲੱਗੀ ਸੀ ਜਿਸ ਵਿੱਚੋਂ ਖੂਨ ਦੀਆਂ ਬੂੰਦਾਂ ਟਪਕ ਰਹੀਆਂ ਸਨ। ਸੋਨੀਆ ਨੇ ਸਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਕਾਫੀ ਦੇਰ ਬਾਅਦ ਸਮੀਰ ਨੂੰ ਹੋਸ਼ ਆਇਆ। ਉਸਨੇ ਦੇਖਿਆ ਤਾਂ ਸੋਨੀਆ ਦੀ ਗੋਦੀ ਵਿੱਚ ਲੇਟਿਆ ਹੋਇਆ ਸੀ। ਈਰਖਾ ਵਿੱਚ ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉੱਠ ਨਹੀਂ ਸਕਿਆ। ਸੋਨੀਆ ਰੋ ਰਹੀ ਸੀ ਪਰ ਉਹ ਹਨੇਰੇ ਵਿੱਚ ਕੱਚੇ ਰਾਹ ਰਾਹੀਂ ਨਾ ਤਾਂ ਸਮੀਰ ਨੂੰ ਹੇਠਾਂ ਲੈ ਕੇ ਜਾ ਸਕਦੀ ਸੀ ਤੇ ਨਾ ਹੀ ਮੰਦਰ ਤੱਕ। ਰਾਤ ਦੇ 1:45 ਵੱਜ ਚੁੱਕੇ ਸਨ ਕਿ ਅਚਾਨਕ ਮੋਬਾਈਲ ਦੀ ਰੇਂਜ ਆ ਗਈ। ਸੋਨੀਆ ਨੇ ਘਰ ਫੋਨ ਲਾਇਆ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਸੋਨੀਆ ਵਾਰ-ਵਾਰ ਫੋਨ ਕਰਦੀ ਰਹੀ ਪਰ ਫਿਰ ਵੀ ਫੋਨ ਕਿਸੇ ਨੇ ਚੁੱਕਿਆ। ਸੋਨੀਆ ਸਮੀਰ ਨੂੰ ਸੰਭਾਲ ਹੀ ਰਹੀ ਸੀ ਕਿ ਜਦੋਂ ਫੋਨ ਦੀ ਘੰਟੀ ਵੱਜੀ ਤੇ ਸੋਨੀਆ ਨੇ ਤੁਰੰਤ ਫੋਨ ਚੁੱਕ ਲਿਆ। ਹੈਲੋ ਪੁੱਤਰ। ਸਮੀਰ, ਕੀ ਗੱਲ ਹੈ? ਇਹ ਦਰਸ਼ਨ ਦਾ ਕਾਲ ਸੀ। ਫਿਰ ਸੋਨੀਆ ਨੇ ਕਿਹਾ, ਪਿਤਾ ਜੀ, ਮੈਂ ਸੋਨੀਆ ਬੋਲ ਰਹੀ ਹਾਂ। ਸੋਨੀਆ ਨੇ ਦਰਸ਼ਨ ਨੂੰ ਸਾਰੀ ਗੱਲ ਦੱਸ ਦਿੱਤੀ। ਦਰਸ਼ਨ ਹੈਰਾਨੀ ਵਿੱਚ ਖੜਾ ਸੀ ਤਾਂ ਉਹ ਬੋਲਿਆ, ਬੇਟੀ ਤੁਸੀਂ ਫਿਕਰ ਨਾ ਕਰੋ, ਬਸ ਆਪਣਾ ਪਤਾ ਦੱਸੋ, ਕਿੱਥੇ ਹੋ? ਸੋਨੀਆ ਨੇ ਜੋ ਕੁਝ ਵੀ ਰਸਤੇ ਵਿੱਚ ਦੇਖਿਆ ਉਹ ਸਾਰਾ ਕੁਝ ਦੱਸ ਦਿੱਤਾ ਤੇ ਕਿਹਾ ਕਿ ਅਸੀਂ ਇੱਥੇ ਪਹਾੜੀ ਤੇ ਪੁਰਾਣੇ ਘਰ ਦੇ ਕੋਲ ਹਾਂ। ਪਹਾੜੀ ਵਾਲਾ ਘਰ? ਦਰਸ਼ਨ ਹੈਰਾਨ ਸੀ। ਫਿਰ ਦਰਸ਼ਨ ਨੇ ਕੁਝ ਨੌਕਰ ਤੇ ਪਿੰਡ ਦੇ ਸਾਥੀਆਂ ਨੂੰ ਇਕੱਠਾ ਕੀਤਾ ਤੇ ਉਸ ਦਿਸ਼ਾ ਵੱਲ ਤੁਰ ਪਏ। ਪ੍ਰੀਤੋ ਘਰ ਵਿੱਚ ਇਕੱਲੀ ਸੁੱਤੀ ਪਈ ਸੀ ਤੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਸਵੇਰ ਦੇ 4 ਵੱਜ ਚੁੱਕੇ ਸਨ। ਕਾਫੀ ਮਿਹਨਤ ਤੋਂ ਬਾਅਦ ਆਖਿਰਕਾਰ ਸਮੀਰ ਦਾ ਪਿਤਾ ਉਸ ਜਗ੍ਹਾ ਪਹੁੰਚ ਗਏ ਜਿੱਥੇ ਸਮੀਰ ਤੇ ਸੋਨੀਆ ਸਨ। ਸਮੀਰ ਦੀ ਅਜਿਹੀ ਹਾਲਤ ਦੇਖ ਕੇ ਦਰਸ਼ਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸਨੇ ਪੁੱਛਿਆ, ਇਹ ਸਭ ਕਿਵੇਂ ਹੋ ਗਿਆ? ਫਿਰ ਸੋਨੀਆ ਨੇ ਉਹਨਾਂ ਨੂੰ ਦੱਸਿਆ, ਮੰਦਰ ਦੀ ਚੜ੍ਹਾਈ ਚੜ੍ਹਦੇ ਸਮੇਂ ਸਮੀਰ ਦਾ ਪੈਰ ਫਿਸਲ ਗਿਆ ਤੇ ਉਹ ਹੇਠਾਂ ਡਿੱਗ ਗਏ ਜਿਸ ਕਰਕੇ ਉਸਦੀ ਛਾਤੀ ਤੇ ਸੱਟ ਲੱਗ ਗਈ। ਦਰਸ਼ਨ ਨੂੰ ਸਮਝ ਨਹੀਂ ਆ ਰਹੀ ਸੀ ਕਿ ਸਮੀਰ ਸੋਨੀਆ ਨੂੰ ਪੁਰਾਣੇ ਖੰਡਰਾਂ ਵਿੱਚ ਕਿਉਂ ਲਿਆਇਆ ਸੀ। ਫਿਰ ਸਮੀਰ ਦੇ ਪਿਤਾ ਦਰਸ਼ਨ ਨੇ ਹੋਰ ਪਿੰਡ ਵਾਸੀਆਂ ਦੀ ਮਦਦ ਨਾਲ ਸਮੀਰ ਨੂੰ ਪਹਾੜੀ ਤੋਂ ਹੇਠਾਂ ਉਤਾਰਿਆ ਤੇ ਉਸ ਸਾਈਡ ਵੱਲ ਚਲੇ ਗਏ ਜਿੱਥੇ ਉਹਨਾਂ ਦੀ ਕਾਰ ਖੜੀ ਸੀ। ਸੋਨੀਆ ਬਹੁਤ ਰੋ ਰਹੀ ਸੀ, ਇਸ ਕਰਕੇ ਦਰਸ਼ਨ ਉਸ ਨੂੰ ਦਿਲਾਸਾ ਦੇ ਰਿਹਾ ਸੀ। ਸਮੀਰ ਦੀ ਹਾਲਤ ਬਹੁਤ ਖਰਾਬ ਸੀ। ਫਿਰ ਉਹ ਕਾਰ ਦੇ ਨੇੜੇ ਪਹੁੰਚ ਗਏ ਤੇ ਉੱਥੇ ਜਾ ਕੇ ਦਰਸ਼ਨ ਸਮੀਰ ਨੂੰ ਕਾਰ ਦੀ ਸੀਟ ਤੇ ਪਾ ਕੇ ਸ਼ਹਿਰ ਦੇ ਹਸਪਤਾਲ ਵੱਲ ਲੈ ਗਏ। ਜਦੋਂ ਸਮੀਰ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਤੁਰੰਤ ਉਸ ਨੂੰ ਐਮਰਜੈਂਸੀ ਰੂਮ ਵਿੱਚ ਰੈਫਰ ਕਰ ਦਿੱਤਾ। ਉਧਰ ਘਰ ਵਿੱਚ ਪ੍ਰੀਤੋ ਨੂੰ ਜਦੋਂ ਪਤਾ ਲੱਗਾ ਕਿ ਸਮੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ, ਉਹ ਤੁਰੰਤ ਹਸਪਤਾਲ ਲਈ ਰਵਾਨਾ ਹੋ ਗਈ। ਜਿਵੇਂ ਹੀ ਪ੍ਰੀਤੋ ਹਸਪਤਾਲ ਗਈ ਤਾਂ ਸਭ ਤੋਂ ਪਹਿਲਾਂ ਪ੍ਰੀਤੋ ਨੇ ਸੋਨੀਆ ਨੂੰ ਗੁੱਸੇ ਵਿੱਚ ਦੇਖਿਆ ਤੇ ਗਾਲਾਂ ਕੱਢਦੇ ਹੋਏ ਉਹ ਐਮਰਜੈਂਸੀ ਰੂਮ ਵੱਲ ਜਾਣ ਲੱਗੀ। ਪਰ ਡਾਕਟਰਾਂ ਨੇ ਪ੍ਰੀਤੋ ਨੂੰ ਐਮਰਜੈਂਸੀ ਰੂਮ ਵਿੱਚ ਜਾਣ ਤੋਂ ਰੋਕ ਦਿੱਤਾ। ਜਦੋਂ ਸੋਨੀਆ ਪ੍ਰੀਤੋ ਕੋਲ ਉਸ ਨੂੰ ਦਿਲਾਸਾ ਦੇਣ ਆਈ ਤਾਂ ਪ੍ਰੀਤੋ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਕਿਹਾ, ਡੈਨ, ਤੂੰ ਮੇਰੇ ਬੇਟੇ ਨੂੰ ਇਸ ਹਾਲਤ ਵਿੱਚ ਲੈ ਆਈ ਹੈ। ਆਖਿਰਕਾਰ ਮੇਰੇ ਬੇਟੇ ਨੇ ਤੇਰਾ ਕੀ ਵਿਗਾੜਿਆ ਸੀ ਜਿਹੜਾ ਤੂੰ ਅਜਿਹਾ ਕੀਤਾ? ਦਰਸ਼ਨ ਨੇ ਪ੍ਰੀਤੋ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸੋਨੀਆ ਨੂੰ ਗਾਲਾਂ ਕੱਢਦੀ ਰਹੀ। ਅੱਜ ਮੈਨੂੰ ਨਾ ਰੋਕੋ, ਇਹ ਕੁੜੀ ਇੱਕ ਡੈਨ ਹੈ। ਇਹ ਮੇਰੇ ਪੁੱਤਰ ਨੂੰ ਮਾਰ ਦੇਵੇਗੀ ਤੇ ਫਿਰ ਸਾਨੂੰ ਸਾਰਿਆਂ ਨੂੰ ਮਾਰ ਦੇਵੇਗੀ। ਇਹ ਸਾਡੇ ਘਰ ਨੂੰ ਸ਼ਮਸ਼ਾਨ ਘਾਟ ਬਣਾਉਣ ਲਈ ਆਈ ਹੈ। ਸੋਨੀਆ ਵੀ ਖੜੀ ਰੋ ਰਹੀ ਸੀ। ਫਿਰ ਡਾਕਟਰ ਬਾਹਰ ਆਇਆ ਤੇ ਕਿਹਾ, ਮਰੀਜ਼ ਨੂੰ ਆਪਰੇਸ਼ਨ ਲਈ ਖੂਨ ਦੀ ਲੋੜ ਹੈ
ਤੁਹਾਨੂੰ ਜਲਦੀ ਤੋਂ ਜਲਦੀ ਖੂਨ ਦਾ ਇੰਤਜ਼ਾਮ ਕਰਨਾ ਪਵੇਗਾ। ਦਰਸ਼ਨ ਨੇ ਤੁਰੰਤ ਸਾਰੇ ਬਲੱਡ ਬੈਂਕਾਂ ਵਿੱਚ ਤਲਾਸ਼ ਕੀਤੀ, ਪਰ ਕਿਤੇ ਵੀ ਖੂਨ ਨਹੀਂ ਮਿਲਿਆ। ਉਹ ਥੱਕ ਹਾਰ ਕੇ ਵਾਪਸ ਹਸਪਤਾਲ ਆ ਗਿਆ ਤੇ ਕਹਿਣ ਲੱਗਾ, ਕਿਤੇ ਵੀ ਖੂਨ ਦਾ ਇੰਤਜ਼ਾਮ ਨਹੀਂ ਹੋਇਆ। ਪ੍ਰੀਤੋ ਉੱਚੀ ਉੱਚੀ ਰੋਣ ਲੱਗ ਪਈ। ਹਾਏ ਰੱਬਾ, ਇਸ ਕਾਲੀ ਡੈਣ ਨੇ ਕੀ ਕਰ ਦਿੱਤਾ। ਦਰਸ਼ਨ ਪ੍ਰੀਤੋ ਨੂੰ ਸਮਝਾ ਰਿਹਾ ਸੀ। ਜਦੋਂ ਡਾਕਟਰ ਆਪਰੇਸ਼ਨ ਥੀਏਟਰ ਤੋਂ ਬਾਹਰ ਆਇਆ ਤਾਂ ਦਰਸ਼ਨ ਤੇ ਸਾਰੇ ਡਾਕਟਰ ਨੂੰ ਇਸ ਤਰ੍ਹਾਂ ਦੇਖਣ ਲੱਗੇ ਜਿਵੇਂ ਕਿਸੇ ਬੁਰੀ ਖਬਰ ਦੀ ਆਸ ਹੋਵੇ। ਡਾਕਟਰ ਨੇ ਕਿਹਾ, ਮੁਬਾਰਕ ਹੋ, ਆਪਰੇਸ਼ਨ ਸਫਲ ਰਿਹਾ। ਜਦੋਂ ਪ੍ਰੀਤੋ ਅਚਾਨਕ ਆਪਰੇਸ਼ਨ ਥੀਏਟਰ ਵਿੱਚ ਜਾਣ ਲੱਗੀ ਤਾਂ ਡਾਕਟਰ ਨੇ ਉਸ ਨੂੰ ਰੋਕ ਲਿਆ। ਹਜੇ ਨਹੀਂ, ਕੁਝ ਸਮੇਂ ਬਾਅਦ ਮਰੀਜ਼ ਨੂੰ ਪ੍ਰਾਈਵੇਟ ਕਮਰੇ ਵਿੱਚ ਭੇਜ ਦਿੱਤਾ ਜਾਵੇਗਾ। ਇਸ ਸਮੇਂ ਉਸ ਨੂੰ ਆਰਾਮ ਦੀ ਸਖਤ ਲੋੜ ਹੈ। ਦਰਸ਼ਨ ਨੇ ਕਿਹਾ, ਪਰ ਡਾਕਟਰ ਸਾਹਿਬ, ਬਿਨਾਂ ਖੂਨ ਦੇ ਆਪਰੇਸ਼ਨ ਕਿਵੇਂ ਹੋ ਗਿਆ। ਡਾਕਟਰ ਨੇ ਕਿਹਾ, ਖੂਨ ਤਾਂ ਮਿਲ ਗਿਆ ਸੀ, ਪਰ ਖੂਨ ਕਿੱਥੋਂ ਆਇਆ। ਪ੍ਰੀਤੋ ਬੋਲੀ। ਫਿਰ ਡਾਕਟਰ ਨੇ ਕਿਹਾ, ਸਮੀਰ ਦੀ ਪਤਨੀ ਸੋਨੀਆ ਦਾ ਖੂਨ ਉਸ ਨਾਲ ਮੇਲ ਹੋ ਗਿਆ ਸੀ। ਉਸਨੇ ਹੀ ਆਪਣੇ ਪਤੀ ਦੀ ਜਾਨ ਬਚਾਈ ਹੈ, ਨਹੀਂ ਤਾਂ ਅੱਜ ਕੁਝ ਵੀ ਹੋ ਸਕਦਾ ਸੀ। ਪ੍ਰੀਤੋ ਹੈਰਾਨ ਰਹਿ ਗਈ ਤੇ ਦਰਸ਼ਨ ਦੇ ਚਿਹਰੇ ਉੱਤੇ ਖੁਸ਼ੀ ਤੇ ਅੱਖਾਂ ਵਿੱਚ ਹੰਝੂ ਆ ਗਏ ਸੀ। ਉਸਨੇ ਕਿਹਾ, ਸੋਨੀਆ ਕਿੱਥੇ ਹੈ। ਉਦੋਂ ਸੋਨੀਆ ਵੀ ਉੱਥੇ ਆ ਗਈ। ਉਹ ਕੁਝ ਕਮਜ਼ੋਰ ਲੱਗ ਰਹੀ ਸੀ। ਦਰਸ਼ਨ ਉਸ ਨੂੰ ਗਲੇ ਨਾਲ ਲਾ ਲੈਂਦਾ ਹੈ। ਸਮੀਰ ਨੂੰ ਵੀ ਪ੍ਰਾਈਵੇਟ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ। ਘਰ ਦੇ ਸਾਰੇ ਲੋਕ ਸਮੀਰ ਕੋਲ ਇਕੱਠੇ ਹੋ ਜਾਂਦੇ ਹਨ। ਪ੍ਰੀਤੋ ਸਮੀਰ ਨੂੰ ਪੁੱਛਦੀ ਹੈ ਕਿ ਬੇਟਾ, ਅਜਿਹਾ ਕੀ ਹੋਇਆ ਸੀ ਜਿਹੜਾ ਤੁਹਾਡੀ ਇਹ ਹਾਲਤ ਹੋ ਗਈ ਹੈ। ਸਮੀਰ ਹਰ ਕਿਸੇ ਦੇ ਮੂੰਹ ਵੱਲ ਵੇਖਦਾ ਹੈ ਤੇ ਫਿਰ ਸੋਨੀਆ ਵੀ ਉੱਥੇ ਆ ਜਾਂਦੀ ਹੈ, ਪਰ ਸਮੀਰ ਸੋਨੀਆ ਨੂੰ ਨਫ਼ਰਤ ਨਾਲ ਵੇਖਦਾ ਹੈ ਤੇ ਪ੍ਰੀਤੋ ਵੀ ਸੋਨੀਆ ਨੂੰ ਵੇਖਣ ਤੋਂ ਬਾਅਦ ਗੁੱਸੇ ਵਿੱਚ ਆ ਜਾਂਦੀ ਹੈ। ਸਮੀਰ ਬੋਲਦਾ ਹੈ, ਮਾਂ, ਇਸਨੇ ਮੈਨੂੰ ਪਹਾੜ ਤੋਂ ਧੱਕਾ ਮਾਰਿਆ ਸੀ। ਸੋਨੀਆ ਹੈਰਾਨ ਰਹਿ ਜਾਂਦੀ ਹੈ, ਪਰ ਪ੍ਰੀਤੋ ਗੁੱਸੇ ਨਾਲ ਬੇਕਾਬੂ ਹੋ ਕੇ ਸੋਨੀਆ ਨੂੰ ਕਮਰੇ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ। ਦਰਸ਼ਨ ਬੋਲਿਆ, ਸਮੀਰ, ਤੂੰ ਝੂਠ ਬੋਲ ਰਿਹਾ ਹੈ। ਸਮੀਰ ਆਪਣੇ ਪਿਤਾ ਵੱਲ ਵੇਖਣ ਲੱਗਦਾ ਹੈ ਤੇ ਪ੍ਰੀਤੋ ਵੀ ਸ਼ਾਂਤ ਖੜੀ ਹੋ ਜਾਂਦੀ ਹੈ। ਉਦੋਂ ਹੀ ਦਰਸ਼ਨ ਨੇ ਕਿਹਾ, ਬੇਟਾ, ਜੇ ਤੁਸੀਂ ਅੱਜ ਜਿੰਦਾ ਹੋ ਤਾਂ ਸੋਨੀਆ ਕਰਕੇ। ਇਸਨੇ 2 ਵਾਰ ਤੇਰੀ ਜਾਨ ਬਚਾਈ ਹੈ। 2 ਵਾਰ? ਸਮੀਰ ਨੇ ਉਲਝਣ ਵਿੱਚ ਕਿਹਾ। ਹਾਂ, 2 ਵਾਰ। ਪਹਿਲੀ ਵਾਰ ਪਹਾੜੀ ਤੋਂ ਡਿੱਗਣ ਲੱਗਿਆਂ ਤੈਨੂੰ ਬਚਾਇਆ ਤੇ ਦੂਜੀ ਵਾਰ ਆਪਣਾ ਖੂਨ ਦੇ ਕੇ ਤੁਹਾਨੂੰ ਬਚਾਇਆ ਹੈ। ਸਮੀਰ ਹੈਰਾਨ ਰਹਿ ਜਾਂਦਾ ਹੈ ਤੇ ਸੋਨੀਆ ਵੱਲ ਵੇਖਣਾ ਸ਼ੁਰੂ ਕਰ ਦਿੰਦਾ ਹੈ। ਸੋਨੀਆ ਦਰਵਾਜ਼ੇ ਤੇ ਖੜੀ ਰੋ ਰਹੀ ਸੀ। ਪ੍ਰੀਤੋ ਵੀ ਉਲਝਣ ਵਿੱਚ ਦੀ ਸਥਿਤੀ ਵਿੱਚ ਸੀ। ਫਿਰ ਨਰਸ ਕਮਰੇ ਵਿੱਚ ਆਉਂਦੀ ਹੈ ਤੇ ਕਹਿੰਦੀ ਹੈ, ਹੁਣ ਮਰੀਜ਼ ਨੂੰ ਕੁਝ ਸਮੇਂ ਲਈ ਆਰਾਮ ਕਰਨ ਦਿਓ। ਤੁਸੀਂ ਜੋ ਵੀ ਗੱਲ ਕਰਨੀ ਹੈ ਉਹ ਬਾਅਦ ਵਿੱਚ ਕਰ ਲੈਣਾ। ਮਰੀਜ਼ ਨਾਲ ਇੱਕ ਜਣਾ ਹੀ ਰੁਕ ਸਕਦਾ ਹੈ, ਬਾਕੀ ਬਾਹਰ ਜਾ ਕੇ ਬੈਠ ਜਾਵੋ। ਦਰਸ਼ਨ ਪ੍ਰੀਤੋ ਨੂੰ ਆਪਣੇ ਨਾਲ ਬਾਹਰ ਜਾਣ ਲਈ ਕਹਿੰਦਾ ਹੈ, ਪਰ ਪ੍ਰੀਤੋ ਨੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਪਰ ਜਦੋਂ ਦਰਸ਼ਨ ਨੇ ਪ੍ਰੀਤੋ ਨੂੰ ਵਾਰ-ਵਾਰ ਕਿਹਾ ਤਾਂ ਉਹ ਦਰਸ਼ਨ ਨਾਲ ਬਾਹਰ ਆ ਗਈ। ਦਰਸ਼ਨ ਨੇ ਸੋਨੀਆ ਨੂੰ ਸਮੀਰ ਦੀ ਦੇਖਭਾਲ ਕਰਨ ਲਈ ਕਿਹਾ। ਹੁਣ ਕਮਰੇ ਵਿੱਚ ਸਿਰਫ ਸੋਨੀਆ ਤੇ ਸਮੀਰ ਰਹਿ ਜਾਂਦੇ ਹਨ। ਸੋਨੀਆ ਆਪਣੇ ਹੰਝੂ ਪੂੰਝਦੇ ਹੋਏ ਸਮੀਰ ਨੂੰ ਕਹਿੰਦੀ ਹੈ, ਹੁਣ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ। ਪਰ ਸਮੀਰ ਉਸ ਨੂੰ ਕੋਈ ਜਵਾਬ ਨਹੀਂ ਦਿੰਦਾ ਤੇ ਚੁੱਪਚਾਪ ਦੂਜੇ ਪਾਸੇ ਮੂੰਹ ਕਰਕੇ ਪਿਆ ਰਹਿੰਦਾ ਹੈ। ਸੋਨੀਆ ਵੀ ਉੱਥੇ ਬੈਠ ਜਾਂਦੀ ਹੈ ਤੇ ਸਮੀਰ ਦੇ ਸਿਰ ਵਿੱਚ ਹੱਥ ਫੇਰਨਾ ਸ਼ੁਰੂ ਕਰ ਦਿੰਦੀ ਹੈ, ਜਿਵੇਂ ਹੀ ਉਹ ਉਸ ਦੀ ਮਾਲਿਸ਼ ਕਰਨਾ ਚਾਹੁੰਦੀ ਹੋਵੇ। ਪਰ ਸਮੀਰ ਇਸ ਸਮੇਂ ਕੁਝ ਵੀ ਨਹੀਂ ਕਰਦਾ ਤੇ ਚੁੱਪਚਾਪ ਪਿਆ ਰਹਿੰਦਾ ਹੈ। ਸਮੀਰ ਦੀ ਚੁੱਪ ਸੋਨੀਆ ਨੂੰ ਉਲਝਣ ਵਿੱਚ ਪਾ ਰਹੀ ਸੀ, ਪਰ ਪ੍ਰੀਤੋ ਅਜੇ ਵੀ ਸੋਨੀਆ ਨਾਲ ਬਹੁਤ ਗੁੱਸੇ ਸੀ। ਉਹ ਸਮੀਰ ਦੀ ਇਸ ਹਾਲਤ ਲਈ ਸੋਨੀਆ ਨੂੰ ਜ਼ਿੰਮੇਵਾਰ ਸਮਝਦੀ ਸੀ। ਫਿਰ ਦਰਸ਼ਨ ਡਾਕਟਰ ਨਾਲ ਗੱਲ ਕਰਨ ਲਈ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਮਰੀਜ਼ ਨੂੰ 2 ਦਿਨਾਂ ਲਈ ਹਜੇ ਹੋਰ ਰੱਖਿਆ ਜਾਵੇਗਾ। ਫਿਰ ਦਰਸ਼ਨ ਸਮੀਰ ਦੇ ਕਮਰੇ ਵਿੱਚ ਆਉਂਦਾ ਹੈ ਤੇ ਆ ਕੇ ਸਮੀਰ ਨੂੰ ਕਿਹਾ, ਬੇਟਾ, ਹਜੇ ਡਾਕਟਰ ਨੇ 2 ਦਿਨ ਹੋਰ ਦਾਖਲ ਰਹਿਣ ਲਈ ਕਿਹਾ ਹੈ, ਇਸ ਲਈ ਤੇਰੇ ਕੋਲ ਸੋਨੀਆ ਰਹੇਗੀ। ਦਰਸ਼ਨ ਨੇ ਸੋਨੀਆ ਨੂੰ ਕਿਹਾ, ਸੋਨੀਆ ਧੀ, ਮੈਂ ਤੇ ਤੇਰੀ ਮਾਂ ਘਰ ਜਾ ਰਹੇ ਹਾਂ, ਇਸ ਲਈ ਤੁਸੀਂ ਸਮੀਰ ਦਾ ਧਿਆਨ ਰੱਖਣਾ ਤੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਫੋਨ ਕਰ ਦੇਣਾ। ਉਧਰ ਪ੍ਰੀਤੋ ਸਮੀਰ ਦੇ ਕੋਲ ਸੋਨੀਆ ਨੂੰ ਵੇਖ ਕੇ ਖੁਸ਼ ਨਹੀਂ ਸੀ, ਪਰ ਦਰਸ਼ਨ ਦੇ ਕਹਿਣ ਕਰਕੇ ਉਸ ਨਾਲ ਚਲੀ ਜਾਂਦੀ ਹੈ। ਸੋਨੀਆ ਸਮੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ। ਸਮੀਰ ਵੀ ਹੁਣ ਸੋਨੀਆ ਨਾਲ ਥੋੜੀ ਬਹੁਤੀ ਗੱਲ ਕਰਨ ਲੱਗ ਪੈਂਦਾ ਹੈ। ਇਸ ਥੋੜੀ ਗੱਲਬਾਤ ਤੋਂ ਬਾਅਦ ਉਹ ਦੋਵੇਂ ਇੱਕ ਦੂਜੇ ਨੂੰ ਥੋੜਾ ਜਾਣਨ ਲੱਗਦੇ ਹਨ। ਸਮੀਰ ਨੂੰ ਵੀ ਹੁਣ ਸੋਨੀਆ ਨਾਲ ਗੱਲ ਕਰਕੇ ਚੰਗਾ ਲੱਗਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਦਿਲ ਦਾ ਕੁਝ ਬੋਝ ਘੱਟ ਹੋ ਰਿਹਾ ਹੈ। ਇਹ ਦਿਨ ਸੋਨੀਆ ਲਈ ਬਹੁਤ ਆਰਾਮਦਾਇਕ ਸੀ। ਪਤਾ ਹੀ ਨਾ ਲੱਗਿਆ ਕਦੋਂ 2 ਦਿਨ ਬੀਤ ਗਏ। ਹੁਣ ਘਰ ਜਾਣਾ ਸੀ।
ਦਰਸ਼ਨ ਕਾਰ ਲੈ ਕੇ ਹਸਪਤਾਲ ਵਿੱਚੋਂ ਸਮੀਰ ਨੂੰ ਲੈਣ ਆ ਜਾਂਦਾ ਹੈ। ਹੁਣ ਸਮੀਰ ਵੀ ਥੋੜਾ ਤੁਰਨ ਲੱਗ ਪਿਆ ਸੀ। ਕਾਰ ਵਿੱਚ ਬੈਠ ਕੇ ਉਹ ਘਰ ਆ ਗਏ। ਪ੍ਰੀਤੋ ਨੇ ਘਰ ਆਉਂਦੇ ਹੀ ਆਪਣੇ ਪੁੱਤਰ ਦੀ ਆਰਤੀ ਕੀਤੀ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਪੁੱਤਰ ਨੂੰ ਜਿਸ ਵੀ ਕਾਲੀ ਡੈਣ ਦੀ ਨਜ਼ਰ ਲੱਗੀ ਹੈ ਉਸ ਦੀ ਨਜ਼ਰ ਸੜ ਕੇ ਸਵਾਹ ਹੋ ਜਾਵੇ। ਸੋਨੀਆ ਪ੍ਰੀਤੋ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ, ਪਰ ਉਸਨੇ ਆਪਣਾ ਸਿਰ ਝੁਕਾ ਲਿਆ। ਦਰਸ਼ਨ ਵੀ ਅੰਦਰ ਆ ਜਾਂਦਾ ਹੈ। ਸਮੀਰ ਨੂੰ ਆਰਾਮ ਕਰਨ ਲਈ ਉਸ ਦੇ ਕਮਰੇ ਵਿੱਚ ਭੇਜ ਦਿੱਤਾ ਜਾਂਦਾ ਹੈ। ਸੋਨੀਆ ਵੀ ਸਮੀਰ ਦੇ ਕਮਰੇ ਵਿੱਚ ਜਾਣ ਲੱਗੀ ਸੀ ਕਿ ਪ੍ਰੀਤੋ ਨੇ ਉਸ ਨੂੰ ਰੋਕਦੀ ਹੋਈ ਬੋਲੀ, ਤੂੰ ਕਿੱਥੇ ਜਾ ਰਹੀ ਹੈ ਮਹਾਰਾਣੀ? ਤੂੰ ਸਮੀਰ ਤੋਂ ਦੂਰ ਰਹਿ ਤੇ ਆਪਣੇ ਕਮਰੇ ਵਿੱਚ ਚਲੀ ਜਾ। ਪਰ ਮੰਮੀ, ਸੋਨੀਆ ਬੋਲ ਹੀ ਰਹੀ ਸੀ ਕਿ ਫਿਰ ਪ੍ਰੀਤੋ ਉਸ ਦੀ ਗੱਲ ਕੱਟਦੇ ਹੋਏ ਬੋਲੀ, ਮੈਂ ਕਹਤਾ ਜਦੋਂ ਤੱਕ ਮੈਂ ਨਾ ਕਹਾਂ ਕਮਰੇ ਵਿੱਚੋਂ ਬਾਹਰ ਨਾ ਆਈ, ਸਮਝੀ? ਪ੍ਰੀਤੋ ਦੇ ਗਰਮ ਸੁਭਾਅ ਨੂੰ ਸੋਨੀਆ ਪਹਿਲਾਂ ਹੀ ਜਾਣਦੀ ਸੀ, ਪਰ ਉਹ ਕੀ ਕਰ ਸਕਦੀ ਸੀ। ਇਸ ਲਈ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ। ਫਿਰ ਪ੍ਰੀਤੋ ਕੁਝ ਫਲ ਕੱਟ ਕੇ ਸਮੀਰ ਲਈ ਲੈ ਕੇ ਉਸ ਦੇ ਕਮਰੇ ਵਿੱਚ ਜਾਂਦੀ ਹੈ। ਸਮੀਰ ਪ੍ਰੀਤੋ ਨੂੰ ਬਿਨਾਂ ਵੇਖਿਆ ਹੀ ਲੇਟਿਆ ਹੋਇਆ ਕਹਿੰਦਾ ਹੈ, ਸੋਨੀਆ, ਤੁਸੀਂ ਹੁਣ ਤੱਕ ਕਿੱਥੇ ਸੀ? ਮੈਂ ਕਦੇ ਦਾ ਤੇਰਾ ਇੰਤਜ਼ਾਰ ਕਰ ਰਿਹਾ ਸੀ। ਪ੍ਰੀਤੋ ਉਲਝਣ ਵਿੱਚ ਪੈ ਕੇ ਕਹਿੰਦੀ ਹੈ, ਸਮੀਰ, ਕੀ ਸੌਂ ਗਏ ਹੋ? ਸਮੀਰ ਇੱਕਦਮ ਪਲਟ ਕੇ ਵੇਖਦਾ ਹੈ। ਸਾਹਮਣੇ ਸੋਨੀਆ ਨਹੀਂ, ਪ੍ਰੀਤੋ ਖੜੀ ਸੀ। ਮਾਂ ਆ ਜਾਓ, ਤੁਸੀਂ ਕਿਉਂ ਕਸ਼ਟ ਕੀਤਾ? ਸੋਨੀਆ ਕਿੱਥੇ ਗਈ ਹੈ? ਪ੍ਰੀਤੋ ਨੇ ਕਿਹਾ, ਬੇਟੇ ਸਮੀਰ, ਤੁਸੀਂ ਸੋਨੀਆ ਵੱਲ ਜ਼ਿਆਦਾ ਹੀ ਧਿਆਨ ਦੇ ਰਹੇ ਹੋ। ਸਮੀਰ ਚੁੱਪਚਾਪ ਰਹਿੰਦਾ ਹੈ ਤੇ ਪ੍ਰੀਤੋ ਵੀ ਫਲ ਦੇ ਕੇ ਕਮਰੇ ਤੋਂ ਬਾਹਰ ਆ ਜਾਂਦੀ ਹੈ। ਜਦੋਂ ਪ੍ਰੀਤੋ ਸਮੀਰ ਨੂੰ ਫਲ ਦੇ ਕੇ ਚਲੀ ਜਾਂਦੀ ਹੈ ਤੇ ਰਾਤ ਦੇ ਖਾਣੇ ਤੋਂ ਬਾਅਦ ਜਦੋਂ ਸਾਰੇ ਸੌਂ ਜਾਂਦੇ ਹਨ ਤਾਂ ਸੋਨੀਆ ਚੋਰੀ ਛਿਪੇ ਸਮੀਰ ਦੇ ਕਮਰੇ ਵਿੱਚ ਆ ਜਾਂਦੀ ਹੈ। ਸੋਨੀਆ ਨੇ ਦੇਖਿਆ ਕਿ ਸਮੀਰ ਨੇ ਖਾਣਾ ਨਹੀਂ ਖਾਧਾ ਤੇ ਸੌਂ ਰਿਹਾ ਹੈ। ਸੋਨੀਆ ਸਮੀਰ ਵੱਲ ਦੇਖਣ ਲੱਗਦੀ ਹੈ। ਸ਼ਾਇਦ ਉਸਨੇ ਸਮੀਰ ਨੂੰ ਇੰਨੇ ਨੇੜਿਓਂ ਕਦੇ ਨਹੀਂ ਦੇਖਿਆ ਸੀ। ਸੋਨੀਆ ਸਮੀਰ ਵੱਲ ਖਿੱਚਣ ਲੱਗੀ। ਉਹ ਉਸਦੇ ਚਿਹਰੇ ਵੱਲ ਦੇਖ ਰਹੀ ਸੀ। ਫਿਰ ਸਮੀਰ ਦੀ ਅੱਖ ਖੁੱਲ ਗਈ। ਤੁਸੀਂ ਇਸ ਸਮੇਂ ਇੱਥੇ? ਸਮੀਰ ਨੇ ਉੱਠ ਕੇ ਕਿਹਾ। ਸੋਨੀਆ ਦਾ ਸੁਪਨਾ ਟੁੱਟ ਗਿਆ। ਉਸਨੇ ਘਬਰਾਹਟ ਨਾਲ ਕਿਹਾ, ਉਹ ਮੈਂ ਦੇਖਣ ਆਈ ਸੀ ਕਿ ਤੁਸੀਂ ਦਵਾਈ ਲਈ ਸੀ ਜਾਂ ਨਹੀਂ। ਮੈਂ ਤਾਂ ਅਜੇ ਤੱਕ ਖਾਣਾ ਵੀ ਨਹੀਂ ਖਾਧਾ, ਫਿਰ ਮੈਂ ਦਵਾਈ ਕਿਵੇਂ ਲੈ ਲੈਂਦਾ? ਸਮੀਰ ਨੇ ਕਿਹਾ। ਉਦੋਂ ਹੀ ਸੋਨੀਆ ਨੇ ਖਾਣੇ ਦੀ ਥਾਲੀ ਚੁੱਕ ਕੇ ਕਿਹਾ, ਫਿਰ ਪਹਿਲਾਂ ਖਾ ਲੈਂਦੇ ਹਾਂ, ਮੈਨੂੰ ਭੁੱਖ ਨਹੀਂ ਹੈ। ਸਮੀਰ ਨੇ ਮੂੰਹ ਬਣਾ ਕੇ ਕਿਹਾ। ਸੋਨੀਆ ਨੇ ਨਕਲੀ ਗੁੱਸੇ ਵਿੱਚ ਕਿਹਾ, ਤਾਂ ਜਨਾਬ, ਤੁਸੀਂ ਠੀਕ ਨਹੀਂ ਹੋਣਾ ਚਾਹੁੰਦੇ ਹੋ। ਚਲੋ ਖਾਣਾ ਖਾਂਦੇ ਹਾਂ, ਨਹੀਂ ਤਾਂ ਤੁਸੀਂ ਕਿਵੇਂ ਠੀਕ ਹੋਵੋਗੇ? ਤੁਸੀਂ ਮੇਰੀ ਚਿੰਤਾ ਕਦੋਂ ਤੋਂ ਸ਼ੁਰੂ ਕਰ ਦਿੱਤੀ? ਜੇ ਤੁਹਾਨੂੰ ਚਿੰਤਾ ਸੀ ਤਾਂ ਤੁਸੀਂ ਸਵੇਰ ਦੇ ਮੈਨੂੰ ਮਿਲਣ ਕਿਉਂ ਨਹੀਂ ਆਏ? ਸਮੀਰ ਨੇ ਸ਼ਿਕਾਇਤ ਭਰੇ ਲਹਿਜੇ ਵਿੱਚ ਕਿਹਾ। ਠੀਕ ਹੈ, ਪਰ ਮੈਂ ਹੁਣ ਤਾਂ ਇੱਥੇ ਹਾਂ, ਸੋਨੀਆ ਕਹਿੰਦੀ ਹੈ। ਸੋਨੀਆ ਸਮੀਰ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਣ ਲੱਗਦੀ ਹੈ। ਸਮੀਰ ਛੋਟੇ ਬੱਚਿਆਂ ਵਾਂਗ ਚੁੱਪਚਾਪ ਖਾ ਰਿਹਾ ਸੀ। ਸ਼ਾਇਦ ਸਮੀਰ ਨੂੰ ਵੀ ਸੋਨੀਆ ਦੀ ਆਦਤ ਪੈਣ ਲੱਗੀ ਸੀ। ਖਾਣਾ ਖਤਮ ਹੋਣ ਤੋਂ ਬਾਅਦ ਸਮੀਰ ਨੇ ਪਾਣੀ ਮੰਗਿਆ। ਫਿਰ ਸੋਨੀਆ ਕਹਿੰਦੀ ਹੈ, ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਅਸੀਂ ਖਾਣਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਂਦੇ। ਸਮੀਰ ਬੋਲਿਆ, ਹੁਣ ਉਸ ਨਾਲ ਕੀ ਹੋਵੇਗਾ? ਸੋਨੀਆ ਬੋਲੀ, ਇਹ ਸਾਡੀ ਸਿਹਤ ਲਈ ਠੀਕ ਨਹੀਂ ਹੈ। ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ। ਸਮੀਰ ਨੇ ਕਿਹਾ, ਅੱਧੇ ਘੰਟੇ ਬਾਅਦ ਪਾਣੀ ਦੇਣ ਕੌਣ ਆਵੇਗਾ? ਸੋਨੀਆ, ਮੈਂ ਹੈਗੀ ਤਾਂ ਹਾਂ। ਸਮੀਰ ਦੀਆਂ ਅੱਖਾਂ ਵਿੱਚ ਇੱਕ ਚਮਕ ਤੇ ਸੋਨੀਆ ਦੀਆਂ ਅੱਖਾਂ ਵਿੱਚ ਪਿਆਰ ਦੇ ਜਜ਼ਬਾਤ ਸੀ। ਅੱਜ ਵੀ ਸੋਨੀਆ ਤੇ ਸਮੀਰ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ, ਪਰ ਸੋਨੀਆ ਦੀ ਉੱਥੇ ਹੀ ਕਦੋਂ ਅੱਖ ਲੱਗ ਗਈ ਪਤਾ ਹੀ ਨਾ ਲੱਗਾ। ਦੇਰ ਰਾਤ ਸੌਣ ਕਰਕੇ ਸੋਨੀਆ ਦੀ ਸਵੇਰੇ ਅੱਖ ਨਹੀਂ ਖੁੱਲ੍ਹੀ। ਉਦੋਂ ਹੀ ਪ੍ਰੀਤੋ ਸਮੀਰ ਦੇ ਕਮਰੇ ਵਿੱਚ ਆਉਣ ਲੱਗਦੀ ਹੈ। ਇਹ ਭੈੜੇ ਮੂੰਹ ਵਾਲੀ ਇੱਥੇ ਕੀ ਕਰ ਰਹੀ ਹੈ? ਪ੍ਰੀਤੋ ਦਾ ਗੁੱਸਾ ਸਿਖਰ ਤੇ ਸੀ। ਉਸਨੇ ਚੀਕ ਕੇ ਕਿਹਾ, ਓਏ ਬੇਸ਼ਰਮ, ਇੱਥੇ ਕਿਉਂ ਪਈ ਹੋਈ ਹੈ? ਤੂੰ ਮੇਰੇ ਪੁੱਤਰ ਤੇ ਕੋਈ ਕਾਲਾ ਜਾਦੂ ਕਰਨ ਆਈ ਹੈ। ਸੋਨੀਆ ਘਬਰਾ ਕੇ ਉੱਠੀ। ਸਮੀਰ ਦੀ ਵੀ ਅੱਖ ਖੁੱਲ੍ਹ ਗਈ ਤੇ ਉਹ ਬੋਲਿਆ, ਕੀ ਹੋਇਆ ਮਾਂ? ਤੁਸੀਂ ਇੰਨੇ ਸਵੇਰੇ ਕਿਉਂ ਰੌਲਾ ਪਾਇਆ ਹੈ? ਪ੍ਰੀਤੋ ਬੋਲੀ, ਦੇਖ ਪੁੱਤਰ, ਇਹ ਕਾਲੇ ਮੂੰਹ ਵਾਲੀ ਤੇਰੇ ਬਿਸਤਰੇ ਕੋਲ ਪਈ ਸੀ। ਸਮੀਰ ਨੇ ਆਖਿਆ, ਤਾਂ ਕੀ ਹੋਇਆ ਮਾਂ? ਇਹ ਮੈਨੂੰ ਦਵਾਈ ਦੇਣ ਆਈ ਸੀ ਤੇ ਅੱਖ ਲੱਗ ਗਈ ਹੋਵੇਗੀ। ਪ੍ਰੀਤੋ ਬੋਲੀ, ਦਵਾਈ ਦੇਣ ਆਈ? ਮਤਲਬ ਇਹ ਡੈਣ ਕੱਲ ਰਾਤ ਤੋਂ ਇੱਥੇ ਪਈ ਹੈ? ਜਲਦੀ ਉੱਠ ਬੇਸ਼ਰਮ, ਮੈਂ ਹੁਣੇ ਤੈਨੂੰ ਦੱਸਦੀ ਪਤਾ। ਪ੍ਰੀਤੋ ਸੋਨੀਆ ਨੂੰ ਬਾਹਰ ਲਿਜਾਣ ਲੱਗੀ ਤਾਂ ਸਮੀਰ ਨੇ ਆਖਿਆ, ਮਾਂ ਛੱਡੋ, ਇਹਨੂੰ ਕਿਉਂ ਗਾਲਾਂ ਕੱਢ ਰਹੇ ਹੋ? ਪ੍ਰੀਤੋ ਸੋਨੀਆ ਨੂੰ ਲੈ ਕੇ ਉਸਦੇ ਕਮਰੇ ਵਿੱਚ ਚਲੀ ਗਈ ਤੇ ਕਿਹਾ, ਸੁਣ ਡੈਣ, ਤੂੰ ਮੇਰੇ ਬੇਟੇ ਤੋਂ ਜਿੰਨਾ ਦੂਰ ਰਹੇਂਗੀ ਓਨਾ ਹੀ ਤੇਰੇ ਲਈ ਚੰਗਾ ਹੈ, ਨਹੀਂ ਤਾਂ ਤੂੰ ਮੈਨੂੰ ਨਹੀਂ ਜਾਣਦੀ
ਕਿ ਮੈਂ ਤੇਰੇ ਉੱਤੇ ਅਜਿਹਾ ਇਲਜ਼ਾਮ ਲਾਵਾਂਗੀ ਕਿ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੇਂਗੀ। ਇਹ ਕਹਿ ਕੇ ਦਰਵਾਜ਼ਾ ਬੰਦ ਕਰਕੇ ਉਹ ਚਲੀ ਜਾਂਦੀ ਹੈ। ਉਸ ਦੌਰਾਨ ਸਮੀਰ ਵੀ ਆਪਣੀ ਮਾਂ ਦੇ ਵਿਵਹਾਰ ਤੋਂ ਨਾਖੁਸ਼ ਸੀ ਤੇ ਉਹ ਸੋਚਦਾ ਹੈ ਕਿ ਉਸ ਨੂੰ ਸੋਨੀਆ ਬਾਰੇ ਇੱਕ ਵਾਰ ਆਪਣੀ ਮਾਂ ਨਾਲ ਗੱਲ ਕਰਨੀ ਚਾਹੀਦੀ ਹੈ। ਸਮੀਰ ਸੋਨੀਆ ਬਾਰੇ ਕੀ ਗੱਲ ਕਰਨਾ ਚਾਹੁੰਦਾ ਹੈ, ਬਾਕੀ ਅਗਲੇ ਭਾਗ ਵਿੱਚ। ਦੋਸਤੋ, ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ ਜੀ ਸਾਰਿਆਂ ਦਾ।